ਸਤਨਾਮ। ਸਤਿਗੁਰੂ ਗੁਰਦੇਵ ਗੁਰ ਪ੍ਰਤਾਪ ਤੂੰ ਹੀ ਨਿਰੰਕਾਰ, ਤੂੰ ਹੀ ਨਿਰੰਕਾਰ, ਤੂੰ ਹੀ ਨਿਰੰਕਾਰ। ਹਾਂਜੀ ਗੁਰੂ ਪ੍ਰੇਮ ਵਾਲਿਓ, ਉਸ ਪ੍ਰਮਾਤਮਾ ਦੇ ਸਭ ਜੀਵਾਂ ਨੂੰ ਸਾਡੇ ਵੱਲੋਂ ਕੋਟਨ ਕੋਟ ਪ੍ਰਣਾਮ ਹੈ। ਸਤਿ ਸ਼੍ਰੀ ਅਕਾਲ, ਨਮਸਕਾਰ, ਪ੍ਰਣਾਮ। ਜੈ ਗੁਰਦੇਵ, ਧੰਨ ਗੁਰਦੇਵ, ਜੈ ਭੀਮ, ਜੈ ਭਾਰਤ, ਜੈ ਸੰਵਿਧਾਨ। ਅਜ਼ਰ ਅਮਰਤ ਕਾਲਦਰਸ਼ੀ ਸ਼੍ਰੀ ਗੁਰੂ ਵਾਲਮੀਕ ਭਗਵਾਨ ਜੀ ਮਹਾਰਾਜ ਸਭ ਜੀਵਾਂ ਤੇ ਸਹਾਈ ਹੋਣ। ਸਵਾ ਜਾਂਦੇ ਹਾਂ ਵਿਚਾਰਧਾਰਾ ਤੇ। ਸੋ ਸਤਸੰਗੀ ਪ੍ਰੇਮੀ ਜਨ ਦਾ ਇੱਕ ਸਵਾਲ ਹੈ। ਸਵਾਲ ਕੀਤਾ ਸਾਨੂੰ ਪ੍ਰੇਮੀ ਜਨ ਨੇ ਕਿ ਤੁਸੀਂ ਇਹ ਵਿਚਾਰ ਕਰਿਓ, ਸਤਸੰਗ ਵਿਚਾਰ ਕਰਦੇ ਹਾਂ, ਵਿਚਾਰ ਕਰਿਓ। ਅਸੀਂ ਵਿਚਾਰ ਸੁਣਨਾ ਚਾਹੁੰਦੇ ਹਾਂ। ਸਾਡਾ ਪ੍ਰਸ਼ਨ ਵੀ ਹੈ। ਉਹ ਪ੍ਰਸ਼ਨ ਇਹ ਹੈ ਕਿ ਸਾਡੇ ਨਾਲ ਕੋਈ ਲੜਾਈ ਝਗੜਾ ਕਰਦਾ ਹੈ, ਕੋਈ ਗਾਲੀ ਗਲੋਚ ਕਰਦਾ ਹੈ, ਕੋਈ ਮੰਦਾ ਬੋਲਦਾ ਹੈ, ਤੇ ਸਾਨੂੰ ਕੀ ਕਰਨਾ ਚਾਹੀਦਾ? ਜੇ ਕੋਈ ਸਾਡੇ ਨਾਲ ਬੁਰਾ ਸਲੂਕ ਕਰਦਾ ਹੈ ਤੇ ਸਾਨੂੰ ਕੀ ਕਰਨਾ ਚਾਹੀਦਾ? ਉਹਦੇ ਬਦਲੇ ਸਾਨੂੰ ਵੀ ਬੁਰਾ ਕਰਨਾ ਚਾਹੀਦਾ, ਲੜਾਈਆਂ ਝਗੜੇ ਕਰਨਾ ਚਾਹੀਦੇ ਨੇ, ਗਾਲੀ ਗਲੋਚ ਕਰਨਾ ਚਾਹੀਦਾ, ਜਾਂ ਫਿਰ ਕੀ ਕਰਨਾ ਚਾਹੀਦਾ? ਇਹ ਵੀ ਕਿਤੇ ਵਿਚਾਰ ਕਰਿਓ ਬਾਣੀ ਵਿੱਚੋਂ। ਸੋ ਆਪਾਂ ਨੇ ਕਹਿਣਾ ਕਿ ਤਾਂ ਭਾਈ 7 ਵਚਨ ਹੈ, ਠੀਕ ਹੈ, ਕਰਾਂਗੇ ਭਾਈ, ਸਮਾਂ ਮਿਲਿਆ ਤਾਂ। ਸੋ ਆਓ, ਸਮਾਂ ਮੰਗਿਆ ਪਰਮਾਤਮਾ ਤੋਂ, ਇਸ ਸੁਰਖਣੀ ਘੜੀ ਬਖਸ਼ੀ ਕੀਤੀ ਹੈ ਪਰਮਾਤਮਾ ਨੇ। ਸੋ ਜੁੜਦੇ ਹਾਂ ਗੁਰੂ ਦੀ ਬਾਣੀ ਦੇ ਨਾਲ, ਸ਼ਬਦ ਵਿਚਾਰ ਦੇ ਨਾਲ, ਕਿ ਮਹਾਰਾਜ ਜੋ ਪਰਮਾਤਮਾ ਸਤਿਗੁਰੂ ਦਇਆਵਾਨ ਕੀ ਸਮਝਾ ਰਹੇ ਨੇ ਇਸ ਵਿਸ਼ੇ ਉੱਪਰ। ਸੋ ਬਾਣੀ ਦੇ ਸ਼ਬਦ ਲੈਂਦੇ ਹਾਂ, ਵਿਚਾਰ ਕਰਨੀ ਆਪ ਨੇ ਵੀ। ਖਰਿਆਂ ਕੋ ਜਮਦੂਤ ਨਾ ਛੋਏ, ਖੋਟੇ ਕਾਮੂ ਕਾਲਾ ਹੋਏ। ਖਰੇ ਖਰੇ ਦਰਗਾਹ ਵਿੱਚ ਸੌਣ, ਖੋਟੇ ਬੈਠੇ ਜਮਦਰ ਰੋਣ। ਖਰਿਆਂ ਕੋ ਮਿਲਦੀ ਵਡਿਆਈ, ਖੋਟਾ ਬੰਦਾ ਜਮਦਰ ਜਾਈ। ਭਲਿਆਂ ਕੋ ਮਿਲਦੀ ਭਲਾਈ, ਬੁਰਿਆਂ ਕੋ ਮਿਲਦੀ ਬੁਰਿਆਈ। ਬੁਰਿਆਂ ਕੋ ਮਿਲਦੀ ਬੁਰਿਆਈ। ਹੁਣ ਇਹਨਾਂ ਸ਼ਬਦਾਂ ਵਿੱਚ, ਇਹਨਾਂ ਬਾਣੀ ਵਿੱਚ ਦੋ ਜੀਵਾਂ ਦਾ ਜ਼ਿਕਰ ਆਇਆ। ਦੋ ਜੀਵ ਨੇ, ਅਨੇਕਾਂ ਜੀਵਾਂ ਦਾ ਜ਼ਿਕਰ ਹੁੰਦਾ ਹੈ। ਕਿਉਂਕਿ ਖਰਾ ਇੱਕ ਹੁੰਦਾ ਹੈ, ਖਰਿਆਂ ਬਹੁਤ ਹੋ ਜਾਂਦੇ ਆ। ਸਿੱਖ ਨੇ ਦੋ ਨੇ, ਅਨੇਕਾਂ ਜੀਵਾਂ ਦਾ ਜ਼ਿਕਰ ਹੈ। ਬਾਣੀ ਬਹੁਤ ਸਮਝਾਉਣਾ ਚਾਹੁੰਦੀ ਹੈ, ਬਹੁਤ ਗਹਿਰਾਈਆਂ ਨੇ ਸ਼ਬਦਾਂ ਵਿੱਚ। ਸੋ ਸਮਝੀਏ, ਇੱਥੇ ਤਾਂ ਕੁਝ ਖਰਿਆਂ ਦੀ ਗੱਲ ਆਈ ਹੈ ਤੇ ਕੁਝ ਬੁਰਿਆਂ ਦੀ ਗੱਲ ਆਈ ਹੈ। ਹੁਣ ਖਰਾ ਕੌਣ ਹੈ ਤੇ ਬੁਰਾ ਕੌਣ ਹੈ, ਇਹ ਤੁਸੀਂ ਵਿਚਾਰ ਕਰੋ। ਗੁਰੂ ਮਤ ਦੇ ਨਾਲ ਵਿਚਾਰ ਕਰੋ ਕਿ ਖਰਾ ਕੌਣ ਹੈ ਅਸਲ ਵਿੱਚ ਤੇ ਬੁਰਾ ਕੌਣ ਹੈ। ਜਿਹੜਾ ਤਾਂ ਸਤ ਸੰਗਤ ਦੀ ਗੱਲ ਕਰਦਾ ਹੈ, ਸਤ ਸੰਗਤ ਦੀ ਗੱਲ ਕਰਦਾ ਹੈ, ਬਾਣੀ ਦੀ ਗੱਲ ਕਰਦਾ ਹੈ, ਬ੍ਰਹਮ ਗਿਆਨ ਦੀ ਗੱਲ ਕਰਦਾ ਹੈ, ਗੁਰੂ ਮਤ ਦੀ ਗਿਆਨ ਕਰਦਾ ਹੈ, ਜੋ ਪ੍ਰੇਮ ਦੀ ਗੱਲ ਕਰਦਾ ਹੈ, ਦਇਆ ਦੀ ਗੱਲ ਕਰਦਾ ਹੈ, ਇਕਾਗਰਤਾ ਦੀ ਗੱਲ ਕਰਦਾ ਹੈ, ਬੰਦਗੀ ਸਿਮਰਨ ਦੀ ਗੱਲ ਕਰਦਾ ਹੈ, ਜੋ ਵੱਡੇ ਦੀ ਵਡਿਆਈ ਕਰਦਾ ਹੈ, ਉਹ ਤਾਂ ਭਾਈ ਖਰਾ ਹੈ, ਉਹ ਖਰਾ ਹੈ। ਤੇ ਜਿਹੜਾ ਇਸ ਤੋਂ ਉਲਟ ਹੈ, ਜੋ ਨਾਸਤਕ ਹੈ, ਜਿਹੜਾ ਰੱਬ ਦੀ ਵਡਿਆਈ ਕਰਨ ਤੋਂ ਵੀ ਡਰਦਾ ਹੈ, ਸਤਸੰਗ ਜਾਣ ਤੋਂ ਵੀ ਡਰਦਾ ਹੈ, ਬੁਰੇ ਕਰਮ ਕਰਦਾ ਹੈ, ਬੁਰਾਈਆਂ ਕਰਦਾ ਹੈ, ਕਤਲ ਕਰਦਾ ਹੈ, ਕੁੱਟਦਾ ਹੈ, ਮਾਰਦਾ ਹੈ, ਕਿਸੇ ਨੂੰ ਗਾਲੀ ਗਲੋਚ ਕਰਦਾ ਹੈ, ਗੁਨਾਹ ਕਰਦਾ ਹੈ, ਪਾਪ ਖੱਟਦਾ ਹੈ, ਉਹ ਬੁਰਾ ਇਨਸਾਨ ਹੈ। ਵਿਚਾਰ ਕਰ ਲਈਏ। ਸੋ ਦੇਖੋ ਭਾਈ, ਚੰਗੇ ਮਾਰਗ ਤੇ ਮੰਦੇ ਮਾਰਗ,
ਉਹ ਜੀਵ ਦੇ ਅੰਦਰ ਹੀ ਹੈ, ਉਹ ਜੀਵਨ ਅੰਦਰ ਹੀ ਹੈ। ਹੁਣ ਮਰਜ਼ੀ ਆਪ ਦੀ ਹੈ ਕਿ ਤੁਸੀਂ ਚੰਗੇ ਮਾਰਗ ਨੂੰ ਚੁਣਨਾ ਹੈ ਜਾਂ ਮੰਦੇ ਮਾਰਗ ਦੀ ਚੋਣ ਕਰਨੀ ਹੈ। ਚੰਗੇ ਮਾਰਗ ਤੇ ਚੱਲਣਾ ਹੈ ਜਾਂ ਮੰਦੇ ਮਾਰਗ ਤੇ ਚੱਲਣਾ ਹੈ, ਇਹ ਤੁਹਾਡੀ ਆਪਣੀ ਸੋਚ ਹੈ, ਆਪਣਾ ਗਿਆਨ ਹੈ। ਬੰਦੇ ਅੰਦਰ ਚੰਗਿਆਈਆਂ ਹੀ ਬਹੁਤ ਹੈ, ਜੇ ਬੁਰਾਈਆਂ ਦੀ ਗੱਲ ਕਰ ਲਓ ਬੁਰਾਈਆਂ ਹੀ ਬਹੁਤ ਹੈ। ਇਕੱਠੀਆਂ ਆਪ ਕਰਨੀਆਂ, ਚੰਗਿਆਈਆਂ ਇਕੱਠੀਆਂ ਕਰਨੀਆਂ ਜਾਂ ਬੁਰਾਈਆਂ ਇਕੱਠੀਆਂ ਕਰਨੀਆਂ ਹੈ, ਇਹ ਮਰਜ਼ੀ ਆਪਣੇ ਜੀਵ ਦੀ ਹੈ। ਹੁਣ ਜਿਹੋ ਜਿਹੇ ਕਰਮ ਹੋਣਗੇ ਉਹ ਜਿਹੇ ਫਲ ਵੀ ਹੋਣਗੇ। ਚੰਗਿਆਈਆਂ ਇਕੱਠੀਆਂ ਕਰੋਗੇ ਜੀਵਨ ਅੰਦਰ ਤੇ ਚੰਗੇ ਫਲ ਪ੍ਰਾਪਤ ਹੋ ਜਾਣਗੇ। ਬੁਰਾਈਆਂ ਇਕੱਠੀਆਂ ਕਰੋਗੇ ਜੀਵਨ ਅੰਦਰ ਤੇ ਬੁਰੇ ਫਲ ਉਹ ਨਸੀਬ ਹੋ ਜਾਣਗੇ। ਜੀਵ ਜਿਹੋ ਜਿਹੇ ਕਰਮ ਕਮਾਉਂਦੇ ਉਹੋ ਜਿਹੇ ਫਲ ਰੱਬ ਤੋਂ ਪਾਉਂਦੇ। ਹੁੰਦਾ ਬਾਣੀ ਅੰਦਰ ਕਿ ਧਰਮੀ ਪੁਰਸ਼ ਵੰਡਣ ਖੁਸ਼ਬੂਈਆਂ, ਪਾਪੀ ਪਰ ਦੁਰਗੰਧ ਫੈਲਾਉਂਦੇ। ਹਾਂਜੀ, ਕੀ ਆਉਂਦਾ ਹੈ? ਵਿਚਾਰ ਕਰ ਲਈਏ, ਬੰਦੇ ਅੰਦਰ ਚੰਗਿਆਈਆਂ ਵੀ ਹੈ, ਬੁਰਾਈਆਂ ਵੀ ਹੈ। ਹੁਣ ਜੋ ਇਕੱਠਾ ਕਰਨਾ ਉਹ ਜੀਵ ਦੀ ਆਪਣੀ ਮਰਜ਼ੀ। ਚੰਗਿਆਈਆਂ ਇਕੱਠੀਆਂ ਕਰ ਲੈ ਜਾਂ ਬੁਰਾਈਆਂ ਇਕੱਠੀਆਂ ਕਰ ਲੈ, ਜੀਵ ਦੀ ਆਪਣੀ ਮਰਜ਼ੀ ਹੈ। ਕਿਉਂਕਿ ਜਿਹੋ ਜਿਹੇ ਕਰਮ ਕਮਾਉਣੇ ਨੇ ਉਹੋ ਜਿਹੇ ਫਲ ਰੱਬ ਤੋਂ ਪਾਉਣੇ ਹੈ। ਹੁਣ ਜੇ ਕੋਈ ਅੱਕ ਬੀਜੇ ਤੇ ਜਾਮ ਤਾਂ ਮਿਲਣਾ ਨਹੀਂ ਹੈ, ਅੰਮ੍ਰਿਤ ਤਾਂ ਮਿਲਣਾ ਨਹੀਂ ਹੈ, ਪ੍ਰੇਮ ਪਿਆਲੇ ਤਾਂ ਮਿਲਣੇ ਨਹੀਂ ਹੈ। ਅੱਕ ਬੀਜੇਗਾ ਕੜਵਤ ਮਿਲੇਗੀ। ਹੁਣ ਕਿੱਕਰ ਦਾ ਬੀਜ ਬੀਜ ਕੇ ਜੇ ਤੂੰ ਚਾਹਵੇਂਗਾ ਹੁਣ ਅੰਬ ਮੈਂ ਖੱਟਣੇ ਆ, ਅੰਬ ਇਕੱਠੇ ਕਰਨੇ, ਕੀ ਅੰਬ ਇਕੱਠੇ ਹੋ ਜਾਣਗੇ? ਕਿੱਕਰ ਦਾ ਬੀਜ ਬੀਜ ਕੇ ਤਾਂ ਕੰਢੇ ਇਕੱਠੇ ਕਰਨੇ ਪੈਣੇ ਪਿਆਰਿਆ। ਉਹ ਫਲ ਚੰਗੇ ਉਹ ਨਹੀਂ ਇਕੱਠੇ ਹੋਣੇ। ਸੋ ਇਸ ਕਰਕੇ ਚੰਗਿਆਈਆਂ ਇਕੱਠੇ ਕਰੇਗਾ ਜੀਵਨ ਅੰਦਰ ਚੰਗੇ ਫਲ ਪ੍ਰਾਪਤ ਹੋ ਜਾਣਗੇ। ਉਹ ਚੰਗਾ ਪ੍ਰਮਾਤਮਾ, ਚੰਗਾ ਸਤਿਗੁਰ ਮਿਲ ਜਾਏਗਾ ਜੀਵਨ ਅੰਦਰ। ਜੇ ਬੁਰਾਈਆਂ ਇਕੱਠੀਆਂ ਕਰੇਗਾ ਤਾਂ ਸ਼ੈਤਾਨ ਤਾਂ ਹੈ ਹੀ ਹੈ, ਉਹ ਕਿਹੜਾ ਦੂਰ ਹੈ, ਉਹ ਵੀ ਲੱਗ ਗਈ ਹੈ, ਉਹ ਬਹੁਤਾ ਹੀ ਲੱਗ ਗਈ ਹੈ। ਇਸ ਕਰਕੇ ਬਾਣੀ ਜੀਵ ਜਿਹੋ ਜਿਹੇ ਕਰਮ ਕਮਾਉਂਦੇ ਉਹੋ ਜਿਹੇ ਫਲ ਰੱਬ ਤੋਂ ਪਾਉਂਦੇ। ਧਰਮੀ ਪੁਰਸ਼ ਵੰਡਣ ਖੁਸ਼ਬੂਈਆਂ, ਪਾਪੀ ਪਰ ਦੁਰਗੰਧ ਫੈਲਾਉਂਦੇ। ਹੁਣ ਧਰਮੀ ਕਿਹੜੇ ਆ? ਜਿਹੜੇ ਤਾਂ ਖਰੇ ਆ, ਜਿਹੜੇ ਖਰੇ ਆ ਨਾ ਉਹ ਧਰਮੀ ਹੈ। ਜਿਹੜੇ ਗੁਰੂ ਦੀ ਵਡਿਆਈ ਕਰਦੇ, ਪ੍ਰਮਾਤਮਾ ਦੀ ਸਿਫਤ ਸਲਾਹ ਕਰਦੇ ਹੈ, ਗੁਰੂ ਦੇ ਬਚਨਾਂ ਤੇ ਚੱਲਦੇ ਨੇ, ਹੁਕਮ ਤੇ ਸਿੱਖੀ ਤੇ ਚੱਲਦੇ ਨੇ, ਉਹ ਚੰਗੇ ਆ, ਖਰੇ ਆ। ਖਰਿਆਂ ਨੂੰ ਕਿਹਾ ਗਿਆ ਧਰਮੀ ਪੁਰਖ। ਤੇ ਧਰਮੀ ਪੁਰਖ ਜਿੱਥੇ ਵੀ ਬਹਿ ਜਾਓ ਉੱਥੇ ਮਹਿਕਾਂ ਹੀ ਵੰਡੇਗਾ, ਖੁਸ਼ਬੂਆਂ ਹੀ ਵੰਡੇਗਾ। ਉਹ ਰੱਬ ਦੇ ਘਰ ਦੀ ਗੱਲ ਹੀ ਕਰੇਗਾ, ਰੱਬ ਦੀ ਵਿਚਾਰਧਾਰਾ ਹੀ ਪ੍ਰਗਟ ਕਰੇਗਾ। ਉਹੀ ਸ਼ਬਦ ਉਹ ਨਿਕਲਣਗੇ ਉਹਦੇ ਅੰਦਰੋਂ। ਤੇ ਇੱਕ ਹੁੰਦਾ ਖੋਟਾ। ਖਰਿਆਂ ਕੋ ਜਮਦੂਤ ਨਾ ਛੋਏ, ਖੋਟੇ ਕਾ ਮੂੰਹ ਕਾਲਾ ਹੋਏ। ਹੁਣ ਖੋਟਾ ਕੌਣ ਹੈ? ਬੁਰਾ ਇਨਸਾਨ। ਇੱਕ ਹੁੰਦਾ ਖੋਟਾ ਸਿੱਕਾ। ਹੁਣ ਖੋਟਾ ਸਿੱਕਾ ਕਿਤੇ ਸ਼ੌਪ ਤੇ ਨਹੀਂ ਚੱਲਦਾ, ਕਿਤੇ ਦੁਕਾਨ ਤੇ ਨਹੀਂ ਚੱਲਦਾ, ਕਿਤੇ ਢਾਬੇ ਤੇ ਨਹੀਂ ਚੱਲਦਾ। ਹਰ ਪਾਸੇ ਉਹਨੂੰ ਤਰਕਾਰਾਂ ਹੀ ਪੈਣਗੀਆਂ, ਉਹ ਨਹੀਂ ਕਿਤੇ ਵੀ ਚੱਲਦਾ। ਤੇ ਖੋਟਾ ਬੰਦਾ ਨਾ ਤਾਂ ਸੰਸਾਰ ਤੇ ਚੱਲੇਗਾ, ਨਾ ਉਹਦੀ ਸੰਸਾਰ ਤੇ ਵਡਿਆਈ ਹੈ, ਨਾ ਰੱਬ ਦੇ ਘਰ ਵਾਲੇ ਦੀ ਵਡਿਆਈ ਹੈ, ਨਾ ਗੁਰੂ ਦੇ ਦੁਆਰੇ ਅੰਦਰ ਉਹਦੀ ਵਡਿਆਈ ਹੈ। ਜਿਹੜਾ ਬੁਰਾ ਹੈ, ਖੋਟਾ ਹੈ। ਸੋ ਇਸ ਕਰਕੇ ਜੀਵ ਤੂੰ ਮੱਤ ਲੈ, ਗਿਆਨ ਲੈ ਸਤਿਗੁਰ ਤੋਂ, ਤੇ ਆਪਣੇ ਅੰਦਰੋਂ ਉਹ ਸੱਚ ਦੇ ਮਾਰਗ ਨੂੰ ਲੱਭ। ਉਹ ਸੱਚ ਦੇ ਮਾਰਗ ਤੇ ਚੱਲਣਾ ਕਰ, ਬੁਰਾਈਆਂ ਦੇ ਮਾਰਗ ਨੂੰ ਛੱਡ ਕੇ। ਖਰਿਆਂ ਕੋ ਜਮਦੂਤ ਨਾ ਛੋਏ, ਖੋਟੇ ਕਾ ਮੂੰਹ ਕਾਲਾ ਹੋਏ। ਜਮਦੂਤ ਜਿਹੜੇ ਬੁਰਿਆਂ ਦੇ ਘਰ ਵਿੱਚ ਚਾਵਕ ਪਾਉਂਦੇ ਨੇ, ਪਾਪੀ ਲੋਕਾਂ ਦੇ, ਵਿਕਾਰੀ ਲੋਕਾਂ ਦੇ ਘਰ ਵਿੱਚ ਚਾਵਕ ਪਾਉਂਦੇ ਨੇ ਤੇ ਖਿੱਚ ਕੇ ਲੈ ਜਾਂਦੇ ਨੇ ਜਮ ਲੋਕ। ਉਹ ਜਮਦੂਤ ਵੀ ਉਹ ਖਰਿਆਂ ਨੂੰ ਸਲਾਮਾ ਕਰਦੇ ਨੇ, ਸੂਟ ਕਰਦੇ ਨੇ, ਨਮਸਕਾਰ ਪ੍ਰਣਾਮ ਕਰਦੇ, ਅਦਬ ਸਤਿਕਾਰ ਕਰਦੇ ਨੇ ਉਹ ਖਰਿਆਂ ਦਾ। ਬੁਰਾਈਆਂ ਦੀ ਫਿਰ ਸੇਵਾ ਕਰਦੇ ਨੇ ਚੰਗੀ। ਹੁੰਦਾ ਹੀ ਬਾਣੀ 'ਚ ਗੱਲ 'ਚ ਚਾਬਕ ਪਾਉਂਦੇ ਨੇ ਤੇ ਕੁੱਟਦੇ ਮਾਰਦੇ ਜੰਮ ਦੇ ਘਰ ਲੈ ਜਾਂਦੇ ਨੇ। ਖਰੇ ਖਰੇ ਦਰਗਾਹ ਵਿੱਚ ਸੌਣ, ਖਰਿਆਂ ਨੂੰ
ਉਹ ਰੱਬ ਦਾ ਦੁਆਰਾ ਮਿਲ ਜਾਂਦਾ ਹੈ, ਸਤਿਗੁਰ ਦਾ ਦੁਆਰਾ ਮਿਲ ਜਾਂਦਾ ਹੈ, ਸਤਿਗੁਰ ਦੀ ਦਰਗਾਹ ਅੰਦਰ ਬੈਠਣਾ ਮਿਲ ਜਾਂਦਾ ਖਰਿਆਂ ਨੂੰ। ਤੇ ਖੋਟਾ ਬੰਦਾ ਉਹ ਜਮ ਦੇ ਦਰ ਤੇ ਬੈਠਾ ਕੁੱਟ ਖਾਂਦਾ ਹੈ, ਮਾਰ ਖਾਂਦਾ ਹੈ, ਰੋਂਦਾ ਹੈ, ਕਰਲਾਉਂਦਾ ਹੈ। ਖਰਿਆਂ ਕੋ ਮਿਲਦੀ ਵਡਿਆਈ। ਜਿਹੜੇ ਖਰੇ ਹੁੰਦੇ ਨੇ, ਚੰਗੇ ਹੁੰਦੇ ਆ, ਉਹ ਚੰਗੇ ਦੀ ਵਡਿਆਈ ਕਰਦੇ ਰੱਬ ਤੋਂ ਵੀ, ਤੇ ਇਸ ਸੰਸਾਰ ਤੇ ਵਡਿਆਈਆਂ ਪਾਉਂਦੇ ਨੇ, ਸਿਫਤਾਂ ਪਾਉਂਦੇ ਨੇ, ਸ਼ਾਨ ਪਾਉਂਦੇ, ਰੁਤਬੇ ਪਾਉਂਦੇ ਆ। ਤੇ ਭਲਿਆਂ ਕੋ ਮਿਲਦੀ ਭਲਾਈ, ਬੁਰਿਆਂ ਕੋ ਮਿਲਦੀ ਬੁਰਾਈ। ਜਿਹੜਾ ਭਲਾ ਇਨਸਾਨ ਹੈ, ਸਰਬ ਦਾ ਭਲਾ ਮੰਗਣ ਵਾਲਾ, ਉਹਨੂੰ ਭਲਾਈ ਮਿਲਦੀ ਹੈ, ਭਲਾਈ ਮਿਲਦਾ ਚਾਰੇ ਪਾਸਿਓਂ ਕਿ ਰੱਬ ਤੇਰਾ ਭਲਾ ਕਰੇ, ਤੂੰ ਨੇਕ ਦਿਲ ਇਨਸਾਨ ਹੈ। ਤੇ ਬੁਰਾ ਜਿੱਥੇ ਚਲ ਜਾਏਗਾ ਉਹਨੂੰ ਬੁਰਾਈ ਮਿਲੇਗੀ, ਬੁਰਾਈ ਖੱਟੇਗਾ ਉਹ। ਜਿਵੇਂ ਆਉਂਦਾ ਨਾ, ਧਰਮੀ ਪੁੱਛ ਵੰਡ ਖੁਸ਼ਬੂਆਂ ਪਾਪੀ ਪਰ ਦੁਰਗੰਧ ਫੈਲਾਉਂਦੇ। ਕਿ ਪਾਪੀ ਬੰਦਾ, ਵਿਕਾਰੀ ਬੰਦਾ, ਬੁਰਾ ਬੰਦਾ ਜਿੱਥੇ ਵੀ ਜਾਏਗਾ, ਜੇ ਉਹ ਸਤ ਸੰਗ ਵਿੱਚ ਚਲੇ ਜਾਏ, ਸਤ ਸੰਗਤ ਵਿੱਚ ਚਲਾ ਜਾਏ, ਉੱਥੇ ਵੀ ਉਹ ਗੰਦਗੀ ਫੈਲਾਏਗਾ, ਕਿਸੇ ਨਾਲ ਲੜੇਗਾ, ਝਗੜੇਗਾ, ਗਾਲੀ ਗਲੋਚ ਕਰੇਗਾ, ਰੌਲਾ ਸ਼ੋਰਾ ਪਾਏਗਾ। ਉੱਥੇ ਵੀ ਉਹ ਕਰਮ ਕਰੇਗਾ, ਬੁਰੇ ਕਰਮ ਕਰੇਗਾ, ਜੇ ਉਹ ਸਤ ਸੰਗਤ ਵਿੱਚ ਵੀ ਚਲੇ ਜਾਏ ਤਾਂ। ਕਈ ਇਹੋ ਜਿਹੇ ਮਿਲ ਜਾਂਦੇ ਨੇ ਤੁਹਾਨੂੰ, ਸਤ ਸੰਗਤ ਵਿੱਚ ਵੀ ਇਹ ਆ ਜਾਂਦੇ ਨੇ ਲੜਾਈਆਂ ਝਗੜੇ ਕਰਨ ਵਾਲੇ, ਉਹ ਹੈ ਬੁਰੇ ਇਨਸਾਨ। ਸੋ ਆ ਜਾਂਦੇ ਆ ਉਸ ਸਵਾਲ ਦੇ ਉੱਪਰ। ਸੋ ਭਾਈ ਕਰਮ ਹੈ ਆਪਣੇ ਜਿਹੋ ਜਿਹਾ ਬੰਦਾ ਕਰਮ ਕਰੇਗਾ ਉਹੋ ਜਿਹੇ ਫਲ ਰੱਬ ਤੋਂ ਪ੍ਰਾਪਤ ਕਰ ਲੇਗਾ। ਚੰਗੇ ਕਰਮ ਕਰੋਗੇ ਚੰਗੇ ਫਲ ਪ੍ਰਾਪਤ ਕਰ ਲੋਗੇ, ਚੰਗਾ ਸੁੱਖ, ਚੰਗਾ ਆਨੰਦ, ਚੰਗਾ ਪਰਮਾਨੰਦ, ਚੰਗੇ ਸਤਿਗੁਰ ਨੂੰ ਪ੍ਰਾਪਤ ਕਰ ਲੋਗੇ, ਜੀਵਨ ਅੰਦਰ ਉਤਾਰ ਲੋਗੇ। ਜੇ ਕਰਮੀ ਮਾੜੇ ਹੋਏ, ਕਰਮੀ ਬੁਰਾਈਆਂ ਵਾਲੇ ਹੋਏ, ਸ਼ੈਤਾਨ ਤਾਂ ਹੈ ਹੀ ਹੈ, ਸ਼ੈਤਾਨ ਕਿਹੜਾ ਦੂਰ ਹੈ। ਜੀਵ ਜਿਹੋ ਜਿਹੇ ਕਰਮ ਕਮਾਉਂਦੇ ਉਹੋ ਜਿਹੇ ਫਲ ਰੱਬ ਤੋਂ ਪਾਉਂਦੇ। ਧਰਮੀ ਪੁਰਸ਼ ਵੰਡਣ ਖੁਸ਼ਬੂਆਂ, ਪਾਪੀ ਪਰ ਦੁਰਗੰਧ ਫੈਲਾਉਂਦੇ। ਜਿੱਥੇ ਜਾਣਗੇ ਨਾ ਉਹ ਦੁਰਗੰਧ ਹੀ ਫੈਲਾਉਣਗੇ, ਲੜਾਈਆਂ ਝਗੜੇ ਕਰਨਗੇ, ਗਾਲੀ ਗਲੋਚ ਹੀ ਕਰਨਗੇ। ਸੋ ਮਹਾਂਪੁਰਖਾਂ ਦਾ ਕਹਿਣਾ ਹੈ, ਚੰਗਿਆਂ ਨਾਲ ਚੰਗੇ ਬਣੋ, ਚੰਗਿਆਂ ਨਾਲ ਚੰਗੇ ਬਣੋ, ਤੇ ਬੁਰਿਆਂ ਨਾਲ। ਹੁਣ ਕਹਿੰਦੇ ਚੰਗਿਆਂ ਨਾਲ ਚੰਗੇ ਬਣੋ, ਭਲਿਆਂ ਨਾਲ ਭਲੇ ਬਣੋ, ਤੇ ਬੁਰਿਆਂ ਨਾਲ ਕੀ ਬਣੀਏ? ਬੁਰੇ। ਫਿਰ ਇਹੀ ਆਉਂਦਾ ਹੈ ਨਾ ਕਿ ਬੁਰਿਆਂ ਨਾਲ ਵੀ ਬੁਰਾ ਬਣਿਆ ਜਾਵੇ ਤਾਂ ਨਹੀਂ। ਕੀ ਕਹਿੰਦੇ ਨੇ ਮਹਾਂਪੁਰਖ ਕਿ ਚੰਗਿਆਂ ਨਾਲ ਚੰਗੇ ਬਣੋ, ਪਰ ਬੁਰਿਆਂ ਨਾਲ ਕਦੇ ਵੀ ਬੁਰੇ ਨਾ ਬਣੋ। ਕਿਉਂਕਿ ਹੀਰੇ ਨਾਲ ਹੀਰਾ ਤਰਾਸ਼ਿਆ ਜਾ ਸਕਦਾ ਹੈ, ਚਿੱਕੜ ਨਾਲ ਚਿੱਕੜ ਨਹੀਂ ਹੋਇਆ ਜਾ ਸਕਦਾ। ਚੰਗਿਆਂ ਨਾਲ ਚੰਗੇ ਬਣੋ, ਬੁਰਿਆਂ ਨਾਲ ਕਦੇ ਵੀ ਬੁਰੇ ਨਾ ਬਣੋ। ਕਿਉਂਕਿ ਹੀਰੇ ਨਾਲ ਹੀਰਾ ਤਰਾਸ਼ਿਆ ਜਾ ਸਕਦਾ ਹੈ, ਚਿੱਕੜ ਨਾਲ ਚਿੱਕੜ ਨਹੀਂ ਹੋਇਆ ਜਾਂਦਾ। ਹੀਰੇ ਨਾਲ ਹੀਰਾ ਤਰਾਸ਼ਿਆ, ਹੁਣ ਮੰਨ ਲਓ ਤੁਹਾਡੇ ਕੋਲ 500 ਦਾ ਨੋਟ ਹੈ, ਸੱਚਾ ਨੋਟ ਹੈ, ਅਸਲੀ ਨੋਟ ਹੈ। ਹੁਣ ਤੁਹਾਨੂੰ ਕੋਈ ਜੀਵ 500 ਦੂਸਰਾ ਨੋਟ ਲੈ ਕੇ ਆਵੇ, ਤੁਸੀਂ ਕਿੱਦਾਂ ਪਛਾਣ ਕਰੋਗੇ ਇਹ ਅਸਲੀ ਹੈ? ਹੁਣ ਤੁਹਾਡੇ ਕੋਲ ਸੱਚ ਹੋਵੇਗਾ, ਸੱਚਾ ਨੋਟ ਹੋਵੇਗਾ, ਅਸਲੀ ਨੋਟ ਹੋਵੇਗਾ, ਤੁਸੀਂ ਪਛਾਣ ਕਰ ਲੋਗੇ ਭਾਈ ਆਹ ਅਸਲੀ ਹੈ, ਆ ਦੂਸਰਾ ਜਿਹੜਾ ਨਕਲੀ ਹੈ। ਇਸ ਕਰਕੇ ਹੀਰੇ ਨਾਲ ਹੀਰਾ ਤਰਾਸ਼ਿਆ ਜਾ ਸਕਦਾ ਹੈ, ਭਾਈ ਆਹ ਜਿਹੜਾ ਹੀਰਾ ਮੇਰੇ ਕੋਲ ਹੈ ਨਾ, ਇਹ ਸੱਚਾ ਹੀਰਾ, ਅਸਲੀ ਹੀਰਾ ਹੈ। ਹੁਣ ਪਰਖ ਕਰਨੀ ਹੈ, ਦੂਸਰਾ ਹੀਰਾ ਇਹਦੇ ਨਾਲ ਦਾ ਸੇਮ ਟੂ ਸੇਮ ਹੈ। ਜੇ ਤਾਂ ਸੇਮ ਟੂ ਸੇਮ ਹੈ ਫਿਰ ਤਾਂ ਅਸਲੀ ਹੈ, ਜੇ ਨਹੀਂ ਹੈ ਤਾਂ ਨਕਲੀ ਹੈ। ਇਹ ਤਲਾਸ਼ ਕੀਤੀ ਜਾਂਦੀ ਹੈ, ਇੱਕ ਪਰਖ ਕੀਤੀ ਜਾਂਦੀ ਹੈ ਉਹ ਚੀਜ਼ ਨੂੰ ਸਾਹਮਣੇ ਰੱਖ ਕੇ। ਜਿਵੇਂ ਸੋਨੇ ਨਾਲ ਸੋਲਾ ਮਣਾ ਮਿਲਾਇਆ ਜਾਂਦਾ ਹੈ ਕਿ ਵੀ ਆਹ ਸੋਨਾ ਜਿਹੜਾ ਸ਼ੁੱਧ ਹੈ, ਆ ਭਾਈ ਤੇਰੇ ਵਾਲਾ ਖੋਟਾ ਹੈ, ਇਹ 'ਚ ਕਮੀ ਹੈ, ਖੋਟ ਹੈ, ਇਹ ਖੋਟਾ ਹੈ। ਜਿਹੜਾ ਖੋਟਾ ਹੁੰਦਾ ਹੈ ਨਾ, ਉਹਨੂੰ ਫਿਰ ਬਾਰ-ਬਾਰ ਤਾਪ ਸਹਿਣਾ ਪੈਂਦਾ ਹੈ, ਦੁੱਖ ਦੀ ਅੱਗ ਸਹਿਣੀ ਪੈਂਦੀ ਹੈ, ਦੁੱਖ ਦੀ ਅੱਗ ਸਹਿ ਕੇ ਫਿਰ ਉਹ ਸ਼ੁੱਧ ਹੁੰਦਾ ਹੈ। ਸੋ ਚੰਗਿਆਂ ਨਾਲ ਚੰਗੇ ਬਣੋ, ਬੁਰਿਆਂ ਨਾਲ ਬੁਰੇ ਕਦੇ ਵੀ ਨਾ ਬਣੋ। ਕਿਉਂਕਿ ਹੀਰੇ ਨਾਲ ਹੀਰਾ ਤਰਾਸ਼ਿਆ ਜਾ ਸਕਦਾ ਹੈ, ਚਿੱਕੜ ਨਾਲ ਚਿੱਕੜ ਨਹੀਂ ਹੋਇਆ ਜਾ ਸਕਦਾ। ਹੁਣ ਹੀਰੇ ਨਾਲ ਚੰਗਿਆਂ ਨਾਲ ਚੰਗੇ ਬੰਦੇ ਤਾਂ ਤੁਸੀਂ ਇਕੱਠੇ ਕਰ ਲਓਗੇ,
ਕਿਉਂਕਿ ਚੰਗਾ ਬੰਦਾ ਕਈ ਚੰਗੇ ਇਕੱਠੇ ਕਰ ਸਕਦਾ ਹੈ, ਆਪਣੇ ਚੰਗੇ ਉਹਨਾਂ ਨੂੰ ਗੁਣ ਪ੍ਰਦਾਨ ਕਰਕੇ ਚੰਗੇ ਇਕੱਠੇ ਕਰ ਸਕਦਾ ਹੈ। ਇਸ ਕਰਕੇ ਚੰਗਿਆਂ ਨਾਲ ਚੰਗੇ ਬਣੋ ਤੇ ਬੁਰਿਆਂ ਨਾਲ ਕਦੇ ਵੀ ਬੁਰੇ ਨਾ ਬਣੋ, ਕਿਉਂਕਿ ਬੁਰਾ ਇਨਸਾਨ ਚਿੱਕੜ ਦੇ ਬਰਾਬਰ ਹੈ। ਚਿੱਕੜ 'ਚ ਤੁਸੀਂ ਵੱਟਾ ਮਾਰੋਗੇ, ਪੱਥਰ ਮਾਰੋਗੇ, ਤੁਹਾਡੇ ਉੱਪਰ ਆਵੇਗਾ, ਤੁਹਾਨੂੰ ਗੰਦਾ ਕਰੇਗਾ, ਮਲੀਨ ਕਰੇਗਾ, ਤੁਹਾਨੂੰ ਬੁਰਾ ਕਰੇਗਾ। ਇਸ ਕਰਕੇ ਬੁਰੇ ਨੂੰ ਉਹਦੇ ਹਾਲਾਤ ਉੱਤੇ ਰਹਿਣ ਦਿਓ। ਤੁਸੀਂ ਆਪਣਾ ਕਾਰਜ ਕਰੋ, ਜਿਹੜਾ ਬੁਰਾ ਕਰਦਾ ਹੈ ਉਹਨੂੰ ਆਪਣਾ ਕਾਰਜ ਕਰਨ ਦਿਓ, ਕਿਉਂਕਿ ਉਹਦਾ ਸੁਭਾਅ ਹੀ ਹੈ, ਦੋਸ਼ ਉਹਦਾ ਵੀ ਕੋਈ ਨਹੀਂ ਹੈ। ਉਹਦਾ ਸੁਭਾਅ ਬਣ ਗਿਆ ਬੁਰਾਈਆਂ ਕਰਨੀਆਂ, ਪਾਪ ਕਰਨੇ, ਵਿਕਾਰ ਕਰਨੇ। ਤੁਸੀਂ ਆਪਣੇ ਸੁਭਾਅ 'ਤੇ ਰਹੋ, ਉਹਨੂੰ ਆਪਣੇ ਸੁਭਾਅ 'ਤੇ ਰਹਿਣ ਦਿਓ। ਚੰਗਿਆਂ ਨਾਲ ਚੰਗੇ ਬਣੋ, ਬੁਰਿਆਂ ਨਾਲ ਕਦੇ ਬੁਰੇ ਨਾ ਬਣੋ। ਇਹ ਸਮਝਾਉਣਾ ਕਰਦੇ ਨੇ। ਹੁਣ ਜੀਵ ਦਾ ਸਵਾਲ ਸੀ ਕਿ ਹਾਂ ਵੀ ਜੇ ਉਹ ਗਾਲੀ ਗਲੋਚ ਕਰਦਾ ਹੈ ਅਸੀਂ ਕੀ ਕਰੀਏ। ਜਿਹੜਾ ਗਾਲੀ ਗਲੋਚ ਕਰਦਾ ਹੈ, ਲੜਾਈਆਂ ਝਗੜੇ ਕਰਦਾ ਹੈ, ਉਹ ਬੁਰਾ ਇਨਸਾਨ ਹੈ ਤੇ ਬੁਰਿਆਂ ਨਾਲ ਬੁਰਿਆ ਨਹੀਂ ਬਣਿਆ ਜਾ ਸਕਦਾ। ਹੁਣ ਤੁਸੀਂ ਵੀ ਗਾਲੀ ਗਲੋਚ ਕਰੋ, ਲਾਠੀ ਲੈ ਕੇ ਆਏ, ਤੁਸੀਂ ਝਗੜੇ ਕਰੋ, ਫਿਰ ਤਾਂ ਬਰਾਬਰ ਹੋ ਗਿਆ ਕੰਮ, ਫਿਰ ਤਾਂ ਬਰਾਬਰ ਹੋ ਗਿਆ ਕੰਮ। ਫਿਰ ਤੁਹਾਡੇ ਵਿੱਚ ਉਹਦੇ ਵਿੱਚ ਕੋਈ ਫਰਕ ਬਿਲਕੁਲ ਵੀ ਨਹੀਂ ਰਹਿ ਗਿਆ। ਉਹ ਬੁਰਾ ਸੀ, ਤੁਸੀਂ ਵੀ ਲਾਠੀ ਚੱਕ ਕੇ, ਪੱਥਰ ਚੱਕ ਕੇ, ਗਾਲੀ ਗਲੋਚ ਕਰਕੇ ਤੁਸੀਂ ਵੀ ਬੁਰੇ ਹੋ ਗਏ, ਚਿੱਕੜ ਨਾਲ ਚਿੱਕੜ ਹੋ ਗਏ, ਹੋ ਗਿਆ ਨਾ ਇੱਦਾਂ। ਇਸ ਕਰਕੇ ਭਾਈ ਹੁਣ ਸੰਤਾਂ ਰਹਿਬਰਾਂ ਤੇ ਵੀ ਚਿੱਕੜ ਸੁੱਟਣਾ ਕੀਤਾ ਹੈ, ਵਿਕਾਰ ਸੁੱਟਣੇ ਕੀਤੇ ਜਹਾਨ ਨੇ, ਵਿਕਾਰੀ ਪੁਰਖਾਂ ਨੇ, ਪਰ ਉਹਨਾਂ ਨੇ ਆਪਣੇ ਤੱਕ ਚਿੱਕੜ ਨਹੀਂ ਆਉਣ ਦਿੱਤਾ, ਕਿਉਂਕਿ ਉਹ ਬੁਰੇ ਬਣੇ ਨੇ। ਉਹਨੇ ਲਾਠੀਆਂ ਚੱਕੀਆਂ ਹੀ ਨਹੀਂ, ਗਾਲੀ ਗਲੋਚ ਕਿਸੇ ਨਾਲ ਕੀਤਾ ਨਹੀਂ, ਲੜਾਈਆਂ ਝਗੜੇ ਕਿਸੇ ਨਾਲ ਕੀਤੇ ਨਹੀਂ, ਚੁੱਪ ਕਰਕੇ ਸਹਿਣਾ ਕਰ ਲਿਆ ਹੈ। ਰੱਬ ਦੀ ਰਜ਼ਾ ਵਿੱਚ ਰਹਿੰਦੇ ਆ, ਉਹਦੇ ਪਾਣੀ 'ਚ ਰਹਿੰਦੇ ਆ, ਇਹ ਸੱਤ ਹੈ। ਇਸ ਕਰਕੇ ਭਾਈ ਚੰਗਿਆਂ ਨਾਲ ਚੰਗੇ ਬਣੋ ਤੇ ਬੁਰਿਆਂ ਨਾਲ ਕਦੇ ਬੁਰੇ ਨਾ ਬਣੋ। ਜੇ ਤੁਸੀਂ ਬੁਰੇ ਬਣਦੇ ਹੋ ਨਾ, ਤੁਹਾਡੇ ਵਿੱਚ ਉਹਦੇ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ, ਤੁਸੀਂ ਬੁਰੇ ਹੋ ਗਏ। ਉਹਨਾਂ ਦਾ ਆਪਣਾ ਸੁਭਾਅ ਹੈ, ਬੁਰਾਈਆਂ ਕਰਨੀਆਂ ਕਰਨ ਦਿਓ, ਤੁਸੀਂ ਆਪਣਾ ਕਾਰਜ ਕਰੋ ਸਤਿਨਾਮ ਕਹਿ ਕੇ। ਜਿਵੇਂ ਇੱਕ ਮਹਾਤਮਾ ਉਹਨਾਂ ਸਿੱਖ ਸੇਵਕ ਇੱਕ ਨਦੀ ਦੇ ਕੰਢੇ 'ਤੇ ਤੁਰੇ ਜਾਂਦੇ ਨੇ, ਨਦੀ ਦੇ ਕੰਢੇ ਨਾਲ ਤੁਰੇ ਜਾ ਰਹੇ ਨੇ। ਸੋ ਇੱਕ ਕੀੜਾ ਪਾਣੀ ਦੇ ਕੰਢੇ ਵਿੱਚ ਫਸਿਆ ਹੋਇਆ ਹੈ, ਪਾਣੀ 'ਚ ਨਿਕਲਣ ਦੀ ਕੋਸ਼ਿਸ਼ ਕਰਦਾ ਹੈ, ਪਾਣੀ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ। ਉਹ ਕੀੜਾ ਜਿਹੜਾ ਮਾਰੂਥਲੀ ਹੈ, ਰੇਤ 'ਚ ਰਹਿਣ ਵਾਲਾ ਹੈ ਤੇ ਪਾਣੀ ਵਿੱਚ ਚਲਾ ਗਿਆ ਹੈ। ਹੁਣ ਪਾਣੀ ਤੋਂ ਬਚਣ ਵਾਸਤੇ ਉਹ ਬਾਰ-ਬਾਰ ਕੋਸ਼ਿਸ਼ ਕਰਦਾ ਹੈ, ਲਹਿਰ ਆਉਂਦੀ ਹੈ, ਇੱਕ ਝਟਕਾ ਆਉਂਦਾ ਹੈ, ਫਿਰ ਪਾਣੀ ਅੰਦਰ ਲੈ ਜਾਂਦੀ ਹੈ। ਉਹ ਤੈਰਦਾ ਹੋਇਆ ਫਿਰ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ ਹੈ, ਪਰ ਨਿਕਲ ਨਹੀਂ ਹੁੰਦਾ। ਮਹਾਤਮਾ ਵੇਖਦੇ ਨੇ, ਦਇਆ ਦਿਲ ਇਨਸਾਨ ਵੇਖਦੇ ਨੇ, ਉਹ ਸੰਤ ਪੁਰਖ ਵੇਖਦੇ ਨੇ, ਦਇਆ ਆਈ, ਕਰਨਾ ਆਈ ਕਿ ਚਲੋ ਇਸ ਜੀਵ ਨੂੰ ਬਚਾਇਆ ਜਾਵੇ। ਬਚਣ ਦੀ ਕੋਸ਼ਿਸ਼ ਕਰਦਾ ਹੈ, ਜੀਵ ਨੂੰ ਬਚਾਇਆ ਜਾਏ। ਹੁਣ ਆਪਣੇ ਹੱਥ ਦੇ ਨਾਲ ਦੇਖੋ, ਕਰਨਾ ਦਇਆਵਾਨ ਇਨਸਾਨ ਦੀ ਨਿਸ਼ਾਨੀ ਹੈ, ਕਰਨਾਵਾਨ ਇਨਸਾਨ ਦੀ ਨਿਸ਼ਾਨੀ ਹੈ। ਆਪਣੇ ਹੱਥਾਂ ਨਾਲ ਬਚਾਉਣ ਗਏ ਉਹਨੂੰ, ਕੀੜੇ ਨੂੰ, ਉਂਗਲਾਂ ਦੇ ਨਾਲ ਚੱਕਣਾ ਕਰਦੇ ਨੇ ਤਾਂ ਕੀੜਾ ਕੀ ਕਰਦਾ ਹੈ, ਉਹਨਾਂ ਉਂਗਲਾਂ ਨੂੰ ਕੱਟਦਾ ਹੈ, ਜ਼ਖਮ ਦਿੰਦਾ ਹੈ, ਦੁੱਖ ਦਿੰਦਾ ਹੈ। ਤੇ ਮਹਾਂਪੁਰਖ ਝਟਕੇ ਦੇ ਨਾਲ ਹੱਥ ਬਾਹਰ ਕਰਦੇ ਨੇ, ਝਟਕਾਉਂਦੇ ਨੇ ਹੱਥ ਨੂੰ, ਤੇ ਸਿੱਖ ਸੇਵਕ ਵੀ ਵੇਖਦਾ ਹੈ, ਬਾਰ-ਬਾਰ ਪ੍ਰਯਾਸ ਕਰਦੇ ਨੇ, ਕੋਸ਼ਿਸ਼ ਕਰਦੇ ਨੇ ਕਿ ਉਹਨੂੰ ਬਚਾਇਆ ਜਾਵੇ ਕੀੜੇ ਨੂੰ, ਪਰ ਕੀੜਾ ਬਾਰ-ਬਾਰ ਕੱਟਦਾ ਹੈ, ਵੱਢਦਾ ਹੈ, ਦੁੱਖ ਦਿੰਦਾ ਹੈ। ਤੇ ਸਿੱਖ ਸੇਵਕ ਕਹਿਣ ਲੱਗੇ, ਮਹਾਂਪੁਰਖੋ ਛੱਡੋ, ਜੇ ਉਹ ਬਾਰ-ਬਾਰ ਕੱਟਦਾ ਹੈ, ਉਹ ਨਹੀਂ ਪਾਣੀ ਤੋਂ ਬਾਹਰ ਆਉਣਾ ਚਾਹੁੰਦਾ, ਲੱਗਦਾ ਉਹਦਾ ਇੱਥੇ ਜੀਵਨ ਖਤਮ ਹੋ ਜਾਣਾ, ਪਾਣੀ ਅੰਦਰ ਬਚਣਾ ਨਹੀਂ ਚਾਹੁੰਦਾ, ਤੁਸੀਂ ਛੱਡ ਦਿਓ। ਕਿਉਂ ਬਾਰ-ਬਾਰ ਡੰਗ ਖਾਂਦੇ ਹੋ, ਤੁਹਾਨੂੰ ਕੱਟਦਾ ਹੈ ਬਾਰ-ਬਾਰ। ਹੁਣ ਮਹਾਂਪੁਰਖ ਕਹਿਣ ਲੱਗੇ ਕਿ ਭਾਈ ਵੇਖੋ, ਇਹ ਕੀੜੇ ਦਾ ਸੁਭਾਅ ਹੈ ਕੱਟਣਾ, ਦੁੱਖ ਦੇਣਾ। ਜੇ ਆਪਣੇ ਸੁਭਾਅ ਨੂੰ ਤਬਦੀਲ ਨਹੀਂ ਕਰਦਾ, ਬਦਲੀ ਨਹੀਂ ਕਰਦਾ, ਹੁਣ ਸਾਡਾ ਸੁਭਾਅ ਦਇਆਵਾਨ ਇਨਸਾਨ ਹੈ, ਸਾਡਾ ਸੁਭਾਅ ਕਰਨਾਵਾਨ ਹੈ, ਸਾਡੇ ਅੰਦਰ ਕਰਨਵਾ ਹੈ, ਪ੍ਰੇਮ ਹੈ, ਦਇਆ ਹੈ। ਇਹ ਆਪਣੇ ਸੁਭਾਅ ਨੂੰ ਬਦਲੀ ਨਹੀਂ ਕਰਦਾ, ਤਾਂ ਅਸੀਂ ਆਪਣੇ ਸੁਭਾਅ ਨੂੰ ਕਿੱਦਾਂ ਬਦਲੀ ਕਰ ਲਈਏ।
ਕਿੱਦਾਂ ਬਦਲੀ ਕਰ ਲਈਏ। ਸੋ ਅਸੀਂ ਇਹਨੂੰ ਬਚਾਉਣਾ ਹੈ। ਜੇ ਆਪਣੇ ਸੁਭਾਅ ਨੂੰ ਬਦਲੀ ਨਹੀਂ ਕਰ ਸਕਦਾ, ਅਸੀਂ ਆਪਣੇ ਸੁਭਾਅ ਨੂੰ ਬਦਲੀ ਨਹੀਂ ਕਰ ਸਕਦੇ, ਆਪਣੀ ਦਇਆ ਤੋਂ ਦੂਰ ਨਹੀਂ ਜਾ ਸਕਦੇ, ਕਰਨਾ ਤੋਂ ਦੂਰ ਨਹੀਂ ਜਾ ਸਕਦੇ, ਪ੍ਰੇਮ ਤੋਂ ਦੂਰ ਨਹੀਂ ਜਾ ਸਕਦੇ, ਕਿਸੇ ਨੂੰ ਦੁੱਖ ਵਿੱਚ ਵੇਖ ਕੇ ਪ੍ਰਸੰਨ ਨਹੀਂ ਹੋ ਸਕਦੇ, ਹੱਸ ਨਹੀਂ ਸਕਦੇ, ਉਹਨੂੰ ਦੁੱਖ ਵਿੱਚ ਛੱਡ ਨਹੀਂ ਸਕਦੇ। ਇਹ ਦੁੱਖ ਵਿੱਚ ਰਹਿ ਜਾਏ ਤਾਂ ਸਾਡੀ ਰੂਹ ਨੂੰ ਪਛਤਾਵਾ ਹੋਵੇਗਾ। ਇਸ ਕਰਕੇ ਅਸੀਂ ਬਚਾਉਣਾ ਹੈ। ਕੋਈ ਗੱਲ ਨਹੀਂ, ਡੰਗ ਮਾਰਦੇ ਕੱਢਦੇ, ਕੋਈ ਗੱਲ ਨਹੀਂ, ਉਹ ਆਪਣਾ ਸੁਭਾਅ 'ਤੇ ਰਵੇ। ਸੋ ਇੱਦਾਂ ਹੀ ਹੈ। ਸੋ ਬੁਰੇ ਇਨਸਾਨ ਨੂੰ ਆਪਣੇ ਸੁਭਾਅ 'ਤੇ ਰਹਿਣ ਦਿਓ, ਜੇ ਬੁਰਾਈਆਂ ਕਰਦਾ ਕਰਨ ਦਿਓ। ਜੋ ਉਹ ਆਪਣਾ ਸੁਭਾਅ ਨਹੀਂ ਬਦਲਦਾ ਤਾਂ ਤੁਸੀਂ ਆਪਣਾ ਸੁਭਾਅ ਕਿਉਂ ਬਦਲਦੇ ਹੋ? ਤੁਸੀਂ ਗਾਲੀ ਗਲੋਚ ਕਿਉਂ ਕਰਦੇ ਹੋ? ਤੁਸੀਂ ਗਾਲੀ ਗਲੋਚ ਕਰਦੇ ਹੋ, ਤੁਸੀਂ ਵੀ ਬੁਰੇ ਬਣ ਜਾਂਦੇ ਹੋ। ਫਿਰ ਮਹਾਂਪੁਰਖਾਂ ਨੇ ਕੀਤਾ ਕੀ ਹੈ? ਪਹਿਲਾਂ ਉਂਗਲਾਂ ਦੇ ਨਾਲ ਚੱਕਦੇ ਸੀ, ਡੰਗਦਾ ਸੀ, ਕੱਟਦਾ ਸੀ, ਫਿਰ ਆਪਣੀ ਹਥੇਲੀ ਰੱਖ ਦਿੱਤੀ ਹੈ ਸਾਹਮਣੇ। ਹਥੇਲੀ ਰੱਖੀ ਹੈ ਤਾਂ ਕੀੜਾ ਫਿਰ ਪਾਣੀ 'ਚ ਤੁਰਦਾ ਤੁਰਦਾ ਹਥੇਲੀ ਉੱਪਰ ਆਇਆ ਅਤੇ ਹਥੇਲੀ ਨੂੰ ਪਾਣੀ ਤੋਂ ਤਾਂ ਕੀਤਾ ਅਤੇ ਧਰਤੀ 'ਤੇ ਆਣ ਕੇ ਉਸ ਕੀੜੇ ਨੂੰ ਉਤਾਰਨਾ ਕਰ ਦਿੱਤਾ ਵਿੱਚ ਲੈ ਵੀ ਮੌਜਾਂ ਮਨ, ਹੁਣ ਜੀਵਨ ਮਿਲ ਗਿਆ ਤੈਨੂੰ। ਉਹ ਮਹਾਂਪੁਰਖ ਵੀ ਪ੍ਰਸੰਨ ਹੋ ਕੇ ਆਪਣੇ ਮਾਰਗ 'ਤੇ ਚਲੇ ਗਏ ਅਤੇ ਕੀੜੇ ਨੂੰ ਵੀ ਜੀਵਨ ਦਾਨ ਮਿਲ ਗਿਆ। ਸੋ ਇਸ ਕਰਕੇ ਭਾਈ ਜਿਹੜਾ ਬੁਰਾ ਕਰਮ ਕਰਦਾ ਹੈ, ਮੰਦਾ ਬੋਲਦਾ ਹੈ, ਲੜਾਈ ਝਗੜਾ ਕਰਦੇ, ਉਹਦੇ ਨਾਲ ਤੁਸੀਂ ਲੜਾਈ ਝਗੜਾ ਨਹੀਂ ਕਰਨਾ। ਸੋ ਉਹਦੀ ਵੀ ਸੁੱਖ ਮੰਗੋ, ਉਹਦੀ ਵੀ ਸੁੱਖ ਮੰਗੋ, ਭਲਾ ਮੰਗੋ ਕਿ ਰੱਬ ਤੇਰਾ ਭਲਾ ਕਰੇ, ਭਲਾ ਕਰੇ ਪੁਰਖਾ ਤੇਰਾ, ਤੈਨੂੰ ਮੱਤ ਦੇ ਸਮੱਤ ਦੇ। ਉਹਨੂੰ ਮੰਦਾ ਨਾ ਬੋਲੋ, ਗਾਲੀ ਗਲੋਚ ਨਾ ਕਰੋ, ਉਹਦੇ ਨਾਲ ਝਗੜਾ ਨਾ ਕਰੋ, ਚਿੱਕੜ ਆਪਣੇ ਤੇ ਨਾ ਲੈ ਕੇ ਆਵੋ, ਸਗੋਂ ਭਲਾ ਮੰਗ ਕੇ ਸਤਨਾਮ ਕਹਿ ਕੇ ਆਪਣੇ ਰਾਹ ਚੱਲ ਜਾਓ। ਸੋ ਇੱਦਾਂ ਹੀ ਹਜ਼ਰਤ ਬਾਬਾ ਫਰੀਦ ਸਾਹਿਬ ਕੀ ਉਚਾਰਨ ਕਰਦੇ ਨੇ? ਫਰੀਦਾ ਬੁਰੇ ਕਾ ਭਲਾ ਕਰੀ, ਗੁੱਸਾ ਮਨ ਨਾ ਹੰਡਾਈ, ਦੇਹੀ ਰੋਗ ਨਾ ਲੱਗੈ, ਪੱਲੇ ਸਭ ਕੁਝ ਪਾਈ। ਕਿ ਫਰੀਦਾ, ਜੇ ਕੋਈ ਬੁਰਾ ਇਨਸਾਨ ਮਿਲਦਾ ਹੈ ਨਾ, ਬੁਰਾਈਆਂ ਨਾਲ ਵਿਕਾਰਾਂ ਨਾਲ ਭਰਿਆ ਹੋਇਆ ਇਨਸਾਨ ਮਿਲਦਾ ਹੈ, ਤੂੰ ਇਨਸਾਨ ਦੇ ਨੂੰ ਉਹਨੂੰ ਵੀ ਵੇਖਦਿਆਂ ਹੋਇਆ, ਉਹਦੇ ਨਾਲ ਮੇਲ ਮਿਲਾਪ ਕਰਦਿਆਂ ਹੋਇਆ ਮਨ 'ਚ ਗੁੱਸਾ ਨਾ ਲੈ ਕੇ ਆਈ, ਕ੍ਰੋਧ ਨਾ ਲੈ ਕੇ ਆਈ। ਜੇ ਤੇਰੇ ਅੰਦਰ ਕ੍ਰੋਧ ਆ ਗਿਆ ਨਾ, ਉਹ ਜਿਹੜੇ ਉਹਦੇ ਅੰਦਰ ਅਵਗੁਣ ਨੇ, ਉਹ ਸਾਰੇ ਅਵਗੁਣ ਤੇਰੇ ਅੰਦਰ ਆ ਜਾਣੇ ਹੈ ਕ੍ਰੋਧ ਕਰਕੇ। ਤੇਰੀ ਦੇਹੀ ਨੂੰ ਰੋਗ ਲੱਗ ਜਾਣਾ ਹੈ ਵਿਕਾਰਾਂ ਦਾ। ਇਸ ਕਰਕੇ ਅਵਗੁਣਾਂ ਤੇਰੀ ਦੇਹੀ ਨੂੰ ਰੋਗ ਲੱਗ ਜਾਣਾ। ਤੂੰ ਗੁੱਸਾ ਨਾ ਕਰੀ, ਕ੍ਰੋਧ ਨਾ ਕਰੀ, ਉਹ ਬੁਰੇ ਦਾ ਵੀ ਭਲਾ ਲੋਚੀ, ਭਲਾ ਮੰਗੀ। ਫਰੀਦਾ ਬੁਰੇ ਕਾ ਭਲਾ ਕਰੀ, ਗੁੱਸਾ ਮਨ ਨਾ ਹੰਡਾਈ, ਦੇਹੀ ਰੋਗ ਨਾ ਰੱਗੇ, ਪੱਲੇ ਸਭ ਕੁਝ ਪਾਈ। ਭਲਾ ਮੰਗ ਕੇ ਆਪਣੇ ਰਾਹ ਹੋ ਜਾ। ਇੱਦਾਂ ਕੀ ਹੋਵੇਗਾ? ਉਹ ਸਰਵ ਸੁੱਖਾਂ ਦੀ ਪ੍ਰਾਪਤੀ ਕਰ ਲਏਗਾ, ਪਰਮਾਨੰਦ ਨੂੰ ਪ੍ਰਾਪਤ ਕਰ ਲਏਗਾ, ਆਪਣੇ ਕ੍ਰੋਧ ਨੂੰ ਵਸ ਵਿੱਚ ਕਰਕੇ, ਲੜਾਈਆਂ ਝਗੜਿਆਂ ਨੂੰ ਵਸ ਵਿੱਚ ਕਰਕੇ, ਗਾਲੀ ਗਲੋਚ ਨੂੰ ਵਸ ਵਿੱਚ ਕਰਕੇ। ਜੇ ਬੁਰੇ ਨਾ ਬੁਰੇ ਹੋ ਜਾਂਦੇ ਉਹ ਫਕੀਰ ਲੋਕ, ਉਹ ਸੰਤ ਲੋਕ, ਫਿਰ ਫਰਕ ਕੋਈ ਨਹੀਂ ਸੀ ਰਹਿ ਜਾਣਾ, ਕੋਈ ਨਹੀਂ ਸੀ ਰਹਿ ਜਾਣਾ। ਕਿਸੇ ਨੇ ਪੂਜਾ ਨਹੀਂ ਸੀ ਕਰਨੀ ਉਹਨਾਂ ਦੀ। ਇਸ ਕਰਕੇ ਬੁਲਿਆਂ ਦਾ ਵੀ ਭਲਾ ਹੀ ਮੰਗਿਆ ਹੈ। ਇੱਥੋਂ ਤੱਕ ਕਿ ਜਿਹੜੇ ਕਾਤਲ ਲੋਕ ਸੀ ਨਾ, ਕਾਤਲ ਲੋਕ, ਉਹਨਾਂ ਕਾਤਲਾਂ ਦਾ ਵੀ ਭਲਾ ਹੀ ਮੰਗਿਆ ਮਹਾਂਪੁਰਖਾਂ ਦਾ। ਇਹੋ ਜਿਹੀ ਕਥਾ ਕਹਾਣੀਆਂ ਅਨੇਕਾਂ ਹੀ ਆਉਂਦੀਆਂ ਨੇ, ਕਿਹੜੀਆਂ ਕਿਹੜੀਆਂ ਸਾਂਝੀਆਂ ਕਰੀਆਂ ਆਪਦੇ ਨਾਲ। ਅਨੇਕਾਂ ਕਹਾਣੀਆਂ ਆਉਂਦੀਆਂ ਸੰਤਾਂ ਮਹਾਂਪੁਰਖਾਂ ਦੇ। ਉਹਨੇ ਕਾਤਲਾਂ ਨੂੰ ਵੀ ਅਸੀਸਾਂ ਬਖਸ਼ੀਆਂ, ਅਸੀਸਾਂ ਕਾਤਲਾਂ ਨੂੰ ਵੀ ਜ਼ਿੰਦਗਾਨੀ ਬਖਸ਼ਿਸ਼ ਕੀਤੀ ਹੈ। ਕਈ ਕਹਾਣੀਆਂ ਆਉਂਦੀਆਂ ਨੇ। ਸੋ ਇੱਥੇ ਧੰਨ ਧੰਨ ਸਤਿਗੁਰੂ ਗਿਆਨਨਾਥ ਮਹਾਰਾਜ ਸੰਤਾਂ ਮਹਾਂਪੁਰਖਾਂ ਦੀ ਵਡਿਆਈ ਕਰਦੇ ਨੇ ਬਾਣੀ ਅੰਦਰ, ਕਿ ਕਿੱਦਾਂ ਸੰਤ ਲੋਕ ਦੁੱਖਾਂ ਨੂੰ ਝੋਲੀ ਵਿੱਚ ਪਾ ਕੇ ਸੰਸਾਰ ਵਾਸਤੇ ਸੁੱਖ ਮੰਗਦੇ ਨੇ, ਭਲਾ ਮੰਗਦੇ ਨੇ। ਜਿਹੜੇ ਉਹਨਾਂ ਦੇ ਨਾਲ ਬੁਰਾ ਕਰਦੇ ਨੇ ਉਹਨਾਂ ਦਾ ਹੀ ਭਲਾ ਮੰਗਦੇ ਨੇ। ਸੰਤਾਂ ਭਲਾ ਮੰਗਦੇ ਨੇ, ਪਰ ਜਿਹੜੇ ਸੰਤਾਂ ਉੱਪਰ ਜ਼ੁਲਮ ਕਰਦੇ ਨਾ, ਅਤਿਆਚਾਰ ਕਰਦੇ ਹੈ, ਇਹ ਕੁਦਰਤ ਉਹਨਾਂ ਨੂੰ ਬਖਸ਼ਦੀ ਨਹੀਂ ਹੈ। ਕਹਿੰਦੇ ਨਾ, ਜਿਵੇਂ ਮਾਵਾਂ ਨੂੰ ਪੁੱਤਰ ਪਿਆਰੇ,
ਭਗਤ ਪਿਆਰੇ ਰੱਬ ਨੂੰ। ਜਿਵੇਂ ਕਿ ਮਾਂ ਨੂੰ ਆਪਣਾ ਪੁੱਤਰ ਪਿਆਰਾ ਹੁੰਦਾ ਹੈ, ਆਪਣਾ ਲਾਡਲਾ ਪਿਆਰਾ ਹੁੰਦਾ ਹੈ, ਕੋਈ ਉਹਨੂੰ ਮੰਦਾ ਬੋਲੇ, ਝਗੜਾ ਕਰੇ ਤਾਂ ਮਾਂ ਦਾ ਦਿਲ ਦੁਖਦਾ ਹੈ। ਤੇ ਭਗਤ ਪਿਆਰੇ ਇਹ ਵੀ ਤਾਂ ਰੱਬ ਦੇ ਪੁੱਤਰ ਹੈ, ਸੰਤ ਪ੍ਰਭੂ ਦੇ ਲਾਡਲੇ। ਇਹ ਵੀ ਸੰਤ ਲੋਕ ਪ੍ਰਮਾਤਮਾ ਦੇ ਲਾਡਲੇ ਭੇਜੇ ਹੋਏ ਧੀਆਂ ਪੁੱਤਰ ਹੈ। ਧੀਆਂ ਪੁੱਤਰ ਹੈ ਹੁੰਦਾ ਹੈ ਬਾਣੀ ਵਿੱਚ। ਜਿਵੇਂ ਹਜ਼ਰਤ ਈਸਾ ਮਸੀਹ ਆਪਣੇ ਆਪ ਨੂੰ ਈਸ਼ਵਰ ਦਾ ਪੁੱਤਰ ਕਹਿੰਦੇ ਸਨ ਕਿ ਅਸੀਂ ਈਸ਼ਵਰ ਨਹੀਂ ਹਾਂ, ਪਰਮੇਸ਼ਵਰ ਨਹੀਂ ਹਾਂ, ਮਸੀਹੇ ਨਹੀਂ ਹਾਂ, ਅਸੀਂ ਤਾਂ ਪਰਮੇਸ਼ਵਰ ਦੇ ਭੇਜੇ ਹੋਏ ਪੁੱਤਰ ਹਾਂ ਤੇ ਆਗਿਆਕਾਰ ਹਾਂ। ਉਹਦੀ ਆਗਿਆ 'ਚ ਰਹਿਣਾ, ਜਿੱਦਾਂ ਕਹਿੰਦਾ ਉੱਦਾਂ ਹੀ ਕਰਨੀ। ਜੇ ਉਹਨਾਂ ਸੰਤਾਂ ਮਹਾਂਪੁਰਖਾਂ ਦੇ ਨਾਲ ਝਗੜੇ ਕਰਦੇ ਨੇ, ਗਾਲੀ ਗਲੋਚ ਕਰਦੇ ਨੇ, ਆਪਣਾ ਚਿੱਕੜ ਸੁੱਟਿਆ ਉਹਨਾਂ ਮਹਾਂਪੁਰਖਾਂ ਉੱਪਰ, ਪਰਮਾਤਮਾ ਨੇ ਤਾਂ ਬਖਸ਼ਿਆ ਹੀ ਹੈ, ਸੰਤਾਂ ਨੇ ਤਾਂ ਬਖਸ਼ਿਆ ਹੀ ਹੈ, ਉਹਨਾਂ ਮਹਾਂਪੁਰਖਾਂ ਨੇ ਤਾਂ ਬਖਸ਼ਿਆ ਹੀ ਉਹਨਾਂ ਨੂੰ, ਪਰ ਕੁਦਰਤ ਨੇ ਨਹੀਂ ਬਖਸ਼ਿਆ। ਇਤਿਹਾਸ ਗਵਾਹ ਹੈ। ਕਿਉਂਕਿ ਰੱਬ ਦੀ ਜਿਹੜੀ ਕੁਦਰਤ ਹੈ ਨਾ, ਇਹ ਨਹੀਂ ਕਿਸੇ ਨੂੰ ਬਖਸ਼ਦੀ। ਹੁਣ ਅਸੀਂ ਵੀ ਕੁਦਰਤ ਵਿੱਚ ਆ ਜਾਂਦੇ ਹਾਂ। ਇਹ ਸਾਰੇ ਜੀਵ ਜੰਤੂ, ਸੰਤ, ਮਹਾਂਪੁਰਖ, ਗੁਰੂ ਪੀਰ ਸਾਰੇ ਕੁਦਰਤ ਵਿੱਚ ਆ ਜਾਂਦੇ ਨੇ ਪਰਮਾਤਮਾ ਦੀ। ਇਹ ਧੀਆਂ ਪੁੱਤਰ ਸਭ ਪਰਮਾਤਮਾ ਕੁਦਰਤ ਵਿੱਚ ਆ ਜਾਂਦੇ ਨੇ। ਕੁਦਰਤ ਸਾਡੇ ਤੋਂ ਵੱਖ ਨਹੀਂ ਹੈ ਤੇ ਅਸੀਂ ਕੁਦਰਤ ਤੋਂ ਵੱਖ ਨਹੀਂ ਹੈ। ਇੱਕੋ ਹੀ ਰੂਪ, ਇੱਕੋ ਅੰਗ ਹੈ। ਹੁਣ ਜਿਹੜਾ ਕੁਦਰਤ ਤੇ ਵਾਰ ਕਰਦਾ, ਜ਼ੁਲਮ ਕਰਦਾ, ਅਤਿਆਚਾਰ, ਕੁਦਰਤ ਉਹਨੂੰ ਨਹੀਂ ਬਖਸ਼ਿਸ਼ ਕਰਦੀ। ਕਹਿੰਦੇ ਨਾ, ਕੁਦਰਤ ਮਗਰ ਬੇਅੰਤ ਹੈ ਕਹਿ ਗਏ ਸੰਤ ਮਹਾਨ, ਹਰ ਪਾਪੀ ਨੂੰ ਮਾਰਦਾ ਪਾਪ ਉਹਦਾ ਬਲਵਾਨ। ਕੁਦਰਤ ਬੇਅੰਤ ਹੈ, ਅੰਤ ਨਹੀਂ ਪਾਇਆ ਜਾ ਸਕਦਾ। ਜੀਵ ਜਿਹੋ ਜਿਹੇ ਕਰਮ ਕਮਾਉਂਦੇ ਨਾ, ਉਹ ਜਿਹੇ ਫਲ ਕੁਦਰਤ ਤੋਂ ਪਾਉਂਦੇ ਨੇ। ਹਰ ਪਾਪੀ ਨੂੰ ਮਾਰਦਾ ਪਾਪ ਉਹਦਾ ਬਲਵਾਨ। ਦੇਖੋ ਕਿਹੜੇ ਕਿਹੜੇ ਪਾਪੀਆਂ ਦਾ ਵਿਨਾਸ਼ ਨਹੀਂ ਕੀਤਾ ਕੁਦਰਤ ਨੇ। ਉਹੀ ਕੁਦਰਤ ਸਰੀਰ ਦੇਹੀਆਂ ਧਾਰ ਕੇ ਆ ਗਈ, ਜਾਮੇ ਧਾਰ ਕੇ ਆ ਗਈ। ਕਦੇ ਨਰਸਿੰਘ ਦਾ ਜਾਮਾ ਧਾਰ ਲਿਆ ਤੇ ਫਨਾਹ ਕੀਤਾ। ਇਹੋ ਜਿਹੀ ਕਈ ਕਹਾਣੀਆਂ ਆਉਂਦੀਆਂ ਨੇ। ਕਿੱਥੇ ਕਿੱਥੇ ਭਗਤਾਂ ਦੀ ਲਾਜ ਪਤ ਨਹੀਂ ਰੱਖੀ ਹੈ ਪ੍ਰਮਾਤਮਾ ਨੇ। ਜੋ ਜੋ ਭਗਤ ਪਾਇਆ, ਪੈਜ ਰੱਖਦਾ ਆਇਆ ਮੇਰੇ ਰਾਮ ਰਾਜੇ। ਜੇ ਤੁਸੀਂ ਵੀ ਰੱਬ ਦੇ ਭਗਤ ਹੋ ਨਾ, ਰੱਬ ਦੇ ਪਿਆਰੇ ਹੋ, ਗੁਰਾਂ ਦੇ ਸਿੱਖ ਹੋ, ਦਾਸ ਹੋ, ਤੇ ਕਿਸੇ ਨਾਲ ਲੜਾਈ ਝਗੜਾ ਨਹੀਂ ਕਰਨਾ, ਗਾਲੀ ਗਲੋਚ ਨਹੀਂ ਕਰਨਾ। ਉਹ ਲਾਜ ਪਤ ਪ੍ਰਮਾਤਮਾ ਤੁਹਾਡੀ ਆਪ ਰੱਖੇਗਾ। ਤੁਸੀਂ ਉੱਤੇ ਆਸ ਰੱਖਣੀ ਹੈ, ਮੁਰਾਦ ਰੱਖਣੀ ਹੈ, ਵਿਸ਼ਵਾਸ ਰੱਖਣਾ ਕਿ ਪ੍ਰਮਾਤਮਾ ਸਾਡੇ ਨਾਲ ਹੈ। ਕਿਸੇ ਨੂੰ ਵੀ ਮੰਦਾ ਨਹੀਂ ਬੋਲਣਾ। ਕਿ ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ। ਜੇ ਤੁਸੀਂ ਕਿਸੇ ਨੂੰ ਫਿੱਕਾ ਬੋਲਦੇ ਹੋ ਨਾ, ਫਿੱਕਾ ਬੋਲਣ ਦਾ ਮਤਲਬ ਸਮਝਦੇ ਹੋ ਨਾ, ਜੇ ਕਿਸੇ ਨੂੰ ਫਿੱਕਾ ਬੋਲਦੇ ਹੋ, ਤੁਹਾਡਾ ਤਨ ਵੀ ਫਿੱਕਾ ਤੇ ਮਨ ਵੀ ਫਿੱਕਾ, ਬੋਲ ਵੀ ਫਿੱਕੇ, ਉਹ ਵੀ ਮਲੀਨ, ਉਹ ਵੀ ਮੈਲੇ ਹੋ ਜਾਂਦੇ ਨੇ। ਤਨ ਵੀ ਮੈਲਾ ਹੋ ਜਾਂਦਾ ਹੈ, ਮਨ ਵੀ ਮੈਲਾ ਹੋ ਜਾਂਦਾ ਹੈ, ਇਹ ਬੋਲ ਬਾਣੀ ਵੀ ਮੈਲੀ ਹੋ ਜਾਂਦੀ ਹੈ ਜਦੋਂ ਫਿੱਕਾ ਬੋਲਦੇ ਹਾਂ। ਤੋ ਕਿਸੇ ਨਾਲ ਫਿੱਕਾ ਨਹੀਂ ਬੋਲਣਾ। ਉਹ ਰਾਹ ਹੀ ਛੱਡ ਦਿਓ। ਜੇ ਮਹਾਂਪੁਰਖ ਕਹਿੰਦੇ, ਸਤਿਗੁਰੂ ਕਹਿੰਦੇ ਨੇ, ਉਹ ਰਾਹ ਛੱਡ ਦਿਓ ਜਿਸ ਰਾਹੇ ਉਹ ਵਿਕਾਰੀ ਬੰਦਾ ਆਉਂਦਾ, ਸ਼ੈਤਾਨੀ ਬੰਦਾ ਆਉਂਦਾ, ਬੁਰਾ ਇਨਸਾਨ ਆਉਂਦਾ, ਜਿਸ ਰਾਹ ਤੇ ਉਹ ਰਾਹ ਛੱਡ ਦਿਓ। ਸੌਖੀ ਗੱਲ ਹੈ। ਝਗੜਾ ਜ਼ਰੂਰ ਛੇੜਨਾ ਹੈ, ਰਾਹ ਛੱਡ ਦਿਓ ਬਸ। ਜਿਵੇਂ ਮਾਵਾਂ ਨੂੰ ਪੁੱਤਰ ਪਿਆਰੇ, ਭਗਤ ਪਿਆਰੇ ਰੱਬ ਨੂੰ। ਜਿਹੜੇ ਭਗਤਾਂ ਨਾਲ ਵੈਰ ਵਿਰੋਧ ਰੱਖਦੇ ਨੇ ਨਾ, ਉਹ ਕੁਦਰਤ ਰੱਬ ਦੀ ਬਖਸ਼ਦੀ ਨਹੀਂ ਹੈ, ਕਦੇ ਨਹੀਂ ਬਖਸ਼ਦੀ। ਤੁਹਾਡੇ ਤੋਂ ਕੋਈ ਪੱਥਰ ਮਾਰਦੇ, ਤੁਸੀਂ ਪੱਥਰ ਨਹੀਂ ਮਾਰਨੇ, ਸਹਿਣੇ ਹੈ। ਸਹਿ ਲਓਗੇ ਤਾਂ ਪਰਮਾਤਮਾ ਨੂੰ ਪਾ ਲਓਗੇ, ਦਰਸ਼ਨ ਪਾ ਲਓਗੇ, ਉਹ ਸੁੱਖ ਨੂੰ ਪਾ ਲਓਗੇ। ਸੋ ਇੱਦਾਂ ਹੀ ਕ੍ਰਿਸ਼ਨ ਭਗਵਾਨ ਹੋਏ, ਅਵਤਾਰੀ ਪੁਰਖ, ਦੁਆਪਰ ਦੇ ਅਵਤਾਰ। ਕ੍ਰਿਸ਼ਨ ਭਗਵਾਨ ਬੈਠੇ ਆਪਣੇ ਸਿੰਘਾਸਣ ਉੱਪਰ, ਰਾਜ ਸਿੰਘਾਸਣ ਤੇ ਬੈਠੇ ਨੇ। ਚਿਹਰੇ ਤੇ ਸਮਾਈਲ ਹੈ, ਮੁਸਕਾਨ ਹੈ, ਧਿਆਨ 'ਚ ਜੁੜੇ ਹੋਏ ਨੇ। ਤੇ ਕੋਲ ਉਹਨਾਂ ਦੀ ਰਾਣੀ ਪਤਨੀ ਰੁਕਮਣੀ ਵੀ ਖੜੀ ਹੋਈ ਹੈ। ਹੋਰ ਸਿੱਖ ਸੇਵਕ ਵੀ ਸਾਰੇ ਵਿਰਾਜਮਾਨ ਨੇ ਆਪਣੇ ਆਪਣੇ ਰੁਤਬਿਆਂ ਤੇ, ਆਪਣੀ ਆਪਣੀ ਕੁਰਸੀਆਂ ਤੇ। ਅਚਾਨਕ ਕੀ ਹੋਇਆ? ਅਚਾਨਕ ਕੀ ਹੋਇਆ? ਤੇ ਕ੍ਰਿਸ਼ਨ ਭਗਵਾਨ ਨੰਗੇ ਪੈਰ ਉੱਠ ਕੇ
ਬਾਹਰ ਨੂੰ ਦੌੜਦੇ ਨੇ, ਉਹ ਮੇਨ ਗੇਟ ਦੇ ਵੱਲ ਦੌੜਦੇ ਨੇ, ਜਿਹੜਾ ਮਹਿਲੋਂ ਬਾਹਰ ਰਸਤਾ ਜਾਂਦਾ ਹੈ, ਉਹ ਗੇਟ ਵੱਲ ਨੂੰ ਦੌੜਦੇ ਨੇ ਨੰਗੇ ਪੈਰ ਉੱਠ ਕੇ। ਦੌੜੇ ਗਏ, ਸਾਰੇ ਹੈਰਾਨ ਪਰੇਸ਼ਾਨ ਹੋਏ ਕਿ ਆਖਰ ਹੋਇਆ ਕੀ ਹੈ। ਚਿਹਰੇ 'ਤੇ ਮੁਸਕਾਨ ਸੀ, ਧਿਆਨ 'ਚ ਬੈਠੇ ਸਨ। ਅਚਾਨਕ ਹੋਇਆ ਕੀ, ਸਾਰੇ ਸਿੱਖ ਸੇਵਕ ਸੇਵਾਦਾਰ ਪਿੱਛੇ ਪਿੱਛੇ ਦੌੜੇ ਹੀ ਆ ਰਹੇ ਨੇ ਕਿ ਕੀ ਹੋ ਗਿਆ ਕ੍ਰਿਸ਼ਨ ਭਗਵਾਨ ਨੂੰ, ਰਾਜਾ ਜੀ ਨੂੰ। ਜਦੋਂ ਪਹੁੰਚੇ ਹੈ ਗੇਟ ਉੱਪਰ, ਫਿਰ ਚਿਹਰੇ 'ਤੇ ਉਦਾਸੀ ਹੈ, ਬੜੇ ਪਰੇਸ਼ਾਨ ਹੋ ਕੇ, ਉਦਾਸ ਹੋ ਕੇ ਵਾਪਸ ਆ ਕੇ ਆਪਣੇ ਸਿੰਘਾਸਨ 'ਤੇ ਬਹਿ ਗਏ ਨੇ। ਰਾਣੀ ਰੁਕਮਣੀ ਪੁੱਛਦੀ ਹੈ ਕਿ ਹੇ ਭਗਵਾਨ, ਇਹ ਕਥਾ ਕਹਾਣੀ ਕੀ ਹੋਈ? ਆਪ ਵਿਰਾਜਮਾਨ ਸਨ, ਚਿਹਰੇ 'ਤੇ ਮੁਸਕਾਨ ਸੀ, ਨੰਗੇ ਪੈਰ ਦੌੜੇ ਹੋ ਗੇਟ ਦੇ ਵੱਲ, ਗੇਟ 'ਚੋਂ ਫਿਰ ਖਾਲੀ ਵਾਪਸ ਆ ਗਏ ਹੋ ਉਦਾਸ। ਕਥਾ ਕਹਾਣੀ ਕੀ ਹੈ? ਸਾਨੂੰ ਸਮਝ ਨਹੀਂ ਆਈ, ਹੋਇਆ ਕੀ ਹੈ? ਕ੍ਰਿਸ਼ਨ ਭਗਵਾਨ ਕਹਿਣ ਲੱਗੇ ਕਿ ਰੁਕਮਣੀ, ਬਾਤ ਐਸੀ ਹੈ ਕਿ ਅਸੀਂ ਧਿਆਨ ਅਵਸਥਾ ਵਿੱਚ ਸੀ, ਕੋਈ ਰੱਬ ਦਾ ਪਿਆਰਾ, ਕੋਈ ਰੱਬ ਦਾ ਭਗਤ ਦੁੱਖ ਵਿੱਚ ਸੀ, ਸੰਕਟ ਵਿੱਚ ਸੀ। ਲੋਕ ਉਹਨੂੰ ਪੱਥਰ ਮਾਰ ਰਹੇ ਨੇ, ਉਹਦੇ ਨਾਲ ਝਗੜਾ ਛੇੜ ਰਹੇ ਨੇ। ਤੂੰ ਪੱਥਰ ਸਹਿੰਦਾ ਹੋਇਆ ਰੱਬ ਨੂੰ ਚੇਤੇ ਕਰਦਾ ਹੈ, ਭਗਵਾਨ ਨੂੰ ਚੇਤੇ ਕਰਦਾ, ਹੇ ਭਗਵਾਨ ਮੇਰੀ ਮਦਦ ਕਰੋ, ਹੇ ਭਗਵਾਨ ਮੇਰੀ ਮਦਦ ਕਰੋ। ਅਰਦਾਸ ਬੇਨਤੀ ਕਰਦਾ ਸੀ ਭਗਵਾਨ ਅੱਗੇ, ਤੇ ਅਸੀਂ ਉਹਨੂੰ ਬਚਾਉਣ ਵਾਸਤੇ ਦੌੜੇ ਸਾਂ ਨੰਗੇ ਪੈਰ। ਰਾਣੀ ਰੁਕਮਣੀ, ਤੇ ਫਿਰ ਤੁਸੀਂ ਵਾਪਸ ਕਿਉਂ ਆ ਗਏ? ਉਦਾਸ ਹੋ ਕੇ ਵਾਪਸ ਕਿਉਂ ਆ ਗਏ? ਫਿਰ ਬਚਾਇਆ ਕਿਉਂ ਨਹੀਂ? ਕ੍ਰਿਸ਼ਨ ਭਗਵਾਨ ਕਹਿੰਦਾ, ਅਸੀਂ ਬਚਾਉਂਦੇ ਤਾਂ ਜੇ ਉਹਦੀ ਅਰਦਾਸ ਚੱਲਦੀ ਰਹਿੰਦੀ, ਜਿਹਦਾ ਉਹ ਵਿਸ਼ਵਾਸ ਬਣਿਆ ਰਹਿੰਦਾ ਕਿ ਹਾਂ ਵੀ ਪ੍ਰਮਾਤਮਾ ਮੈਨੂੰ ਆ ਕੇ ਬਚਾਵੇਗਾ, ਦੁੱਖਾਂ 'ਚੋਂ ਉਭਾਰੇਗਾ। ਪਰ ਉਹ ਆਪਣੇ ਵਿਸ਼ਵਾਸ ਤੋਂ ਥੜਕ ਗਿਆ, ਆਪਣੀ ਅਰਦਾਸ ਤੋਂ ਥੜਕ ਗਿਆ। ਉਹਨੇ ਕੀਤਾ ਕੀ? ਫਿਰ ਜਿਹੜੇ ਪੱਥਰ ਲੋਕੀ ਮਾਰਦੇ ਸੀ, ਉਹੀ ਪੱਥਰ ਚੱਕ ਕੇ ਉਹ ਲੋਕਾਂ ਦੇ ਉੱਪਰ ਮਾਰਨ ਲੱਗ ਪਿਆ। ਉਹ ਬੁਰਿਆਂ ਨਾਲ ਉਹ ਵੀ ਬੁਰਾ ਬਣ ਗਿਆ। ਜਦੋਂ ਫਿਰ ਬੁਰੇ ਨਾਲ ਬੁਰਾ ਬਣ ਗਿਆ, ਪਰਮਾਤਮਾ ਅਰਦਾਸਾਂ ਕਰਦਾ ਸੀ, ਭਗਵਾਨ ਅੱਗੇ ਬੇਨਤੀ ਕਰਦਾ ਸੀ, ਉਹ ਬੇਨਤੀ ਵੀ ਟੁੱਟ ਗਈ, ਉਹ ਸੁਰਤ ਵੀ ਟੁੱਟ ਗਈ। ਤੇ ਸੁਰਤ ਟੁੱਟ ਗਈ ਤਾਂ ਦੁੱਖ ਝੋਲੀ ਆ ਗਏ। ਹੁਣ ਬੁਰੇ ਨਾਲ ਬੁਰਾ ਬਣ ਗਿਆ, ਹੁਣ ਅਸੀਂ ਕੀ ਕਰਦੇ? ਹੁਣ ਆਪਣੀ ਰੱਖਿਆ ਤਾਂ ਉਹ ਆਪ ਕਰਨ ਲੱਗ ਪਿਆ। ਇਸੇ ਕਰਕੇ ਅਸੀਂ ਵਾਪਸੀ ਆ ਗਏ। ਹੁਣ ਕੀ ਜਾ ਕੇ ਕੀ ਕਰਨਾ ਹੈ? ਹੁਣ ਆਪਣੀ ਰੱਖਿਆ ਉਹ ਆਪ ਕਰਨ ਲੱਗ ਪਿਆ, ਆਪਣੀ ਮਦਦ ਉਹਨੇ ਆਪ ਕਰ ਲਈ ਹੈ। ਹੁਣ ਉਹ ਵੀ ਲੋਕਾਂ ਦੇ ਪੱਥਰ ਮਾਰਨ ਲੱਗ ਪਿਆ ਹੈ। ਹੁਣ ਸਾਡਾ ਉੱਥੇ ਕੋਈ ਕੰਮ ਨਹੀਂ ਹੈ, ਇਸ ਕਰਕੇ ਉਦਾਸ ਹੋ ਕੇ ਵਾਪਸ ਆ ਗਏ। ਹੁਣ ਇੱਥੋਂ ਸਬਕ ਲਈਏ, ਇੱਥੋਂ ਸਬਕ ਲਈਏ। ਹੁਣ ਲੋਕੀ ਪੱਥਰ ਮਾਰਦੇ ਸੀ, ਉਹੀ ਪੱਥਰ ਮਾਰਨ ਲੱਗ ਪਿਆ, ਤੇ ਉਹ ਵੀ ਪਾਪੀ ਬਣ ਗਿਆ, ਬੁਰਾ ਬਣ ਗਿਆ। ਜਿਹੜਾ ਭਗਤ ਸੀ, ਪਿਆਰਾ ਸੀ ਰੱਬ ਦਾ, ਜੇ ਕੁਝ ਸਮਾਂ ਹੋਰ ਪੱਥਰ ਸਹਿ ਲੈਂਦਾ, ਦੁੱਖ ਸਹਿ ਲੈਂਦਾ, ਤਾਂ ਭਗਵਾਨ ਦੇ ਦਰਸ਼ਨ ਦਾਰੇ ਵੀ ਪਾ ਲੈਣੇ ਸੀ, ਤੇ ਭਗਵਾਨ ਦੇ ਸਾਰੇ ਦੁੱਖੜੇ ਵੀ ਹਰ ਲੈਣੇ ਸੀ, ਉਹਦਾ ਜੀਵਨ ਸਫਲ ਹੋ ਜਾਣਾ ਸੀ। ਜੇ ਉਹ ਬੁਰਾ ਇਨਸਾਨ ਨਾ ਬਣਦਾ, ਪੱਥਰ ਚੱਕ ਕੇ ਉਹਨਾਂ ਬੁਰਿਆਂ ਦੇ ਨਾਮ ਮਾਰਦਾ, ਤਾਂ ਸਬਕ ਲੈ ਲਈਏ ਇਸ ਕਥਾ ਕਹਾਣੀ ਤੋਂ। ਸੋ ਇੱਦਾਂ ਹੀ ਹਜ਼ਰਤ ਮੁਹੰਮਦ ਸਾਹਿਬ ਹੋਏ ਨੇ, ਸਾਰੀ ਦੁਨੀਆ ਜਾਣਦੀ ਉਹਨਾਂ ਨੂੰ। ਹਜ਼ਰਤ ਮੁਹੰਮਦ ਸਾਹਿਬ ਨੂੰ ਮੱਕੇ ਜਾਣ ਦਾ, ਮਦੀਨੇ ਜਾਣ ਦਾ ਹੁਕਮ ਨਹੀਂ ਸੀ, ਕਿਉਂਕਿ ਉਹ ਰੀਤਾਂ ਰਿਵਾਜਾਂ ਦੇ ਖਿਲਾਫ ਸੀ ਕਿ ਮੂਰਤੀ ਪੂਜਾ ਨਹੀਂ ਕਰਨੀ, ਪੱਥਰ ਪੂਜਾ ਨਹੀਂ ਕਰਨੀ, ਇੱਕ ਅੱਲਾਹ ਤਾਲਾ ਸਿਮਰਨ ਕਰਨਾ ਹੈ। ਮੂਰਤੀ ਪੂਜਾ ਦੇ ਖਿਲਾਫ ਸੀ, ਤੇ ਲੋਕੀ ਉਹਨਾਂ ਨੂੰ ਕਾਫਰ ਕਹਿੰਦੇ ਸੀ, ਤੇ ਕਾਫਰ ਕਹਿ ਕੇ ਮੱਕੇ ਨਹੀਂ ਸੀ ਵੜਨ ਦਿੰਦੇ, ਮਦੀਨੇ ਨਹੀਂ ਸੀ ਵੜਨ ਦਿੰਦੇ। ਤੇ ਇੱਕ ਵਾਰ ਇੱਦਾਂ ਹੀ ਹੋਇਆ, ਤੇ ਲੋਕਾਂ ਨੇ ਪੱਥਰ ਮਾਰੇ, ਉਹਨਾਂ ਦੇ ਪੱਥਰ ਮਾਰ ਕੱਢਿਆ ਮਦੀਨੇ ਤੋਂ। ਉਹਨਾਂ ਨੇ ਕੀਤਾ ਕਿ ਉਹਨਾਂ ਨੇ ਚੱਕ ਕੇ ਪੱਥਰ ਉਹਨਾਂ ਲੋਕਾਂ ਦੇ ਨਹੀਂ ਮਾਰੇ, ਸਗੋਂ ਹੱਥ ਜੋੜੇ ਅੱਲਾਹ ਅੱਗੇ, ਪਰਮਾਤਮਾ ਅੱਗੇ, ਹੇ ਅੱਲਾਹ ਤਾਲਾ, ਹੇ ਪਰਮਾਤਮਾ ਜੀ, ਇਹ ਲੋਕ ਬੇਸਮਝ ਨੇ, ਇਹ ਲੋਕ ਬੇਸਮਝ ਨੇ, ਤੂੰ ਇਹਨਾਂ ਨੂੰ ਮੱਤ ਬਖਸ਼ੀ ਕਰ, ਸਨਮਤ ਬਖਸ਼ੀ ਕਰ, ਇਹਨਾਂ ਨੂੰ ਗਿਆਨ ਬਖਸ਼ੀ ਕਰ, ਸੋਝੀ ਬਖਸ਼ੀ ਕਰ, ਇਹਨਾਂ ਨੂੰ ਬਖਸ਼ ਲੈ ਦਾਤਾ, ਹੇ ਦਾਤਾ ਇਹਨਾਂ ਨੂੰ ਬਖਸ਼ ਲੈ, ਕਿਉਂਕਿ ਇਹ ਬੇਸਮਝ ਲੋਕ ਨੇ। ਉਹਨਾਂ ਨੇ ਅਰਦਾਸ ਬੇਨਤੀ ਕੀਤੀ, ਉਹਨਾਂ ਦੇ ਪੱਥਰ ਚੱਕ ਕੇ ਨਹੀਂ ਮਾਰੇ। ਜੇ ਪੱਥਰ ਚੱਕ ਕੇ ਉਹੀ ਮਾਰਦੇ ਤਾਂ ਫਰਕ ਕੀ ਰਹਿ ਜਾਂਦਾ? ਲੋਕਾਂ ਨੇ ਅੱਜ ਨਾਮੇ ਨਹੀਂ ਸੀ ਚੁੱਕਣੇ, ਉਹਨਾਂ ਨੂੰ ਨਬੀ ਨਹੀਂ ਸੀ ਕਹਿਣਾ, ਨਹੀਂ ਸੀ ਕਹਿਣਾ ਨਬੀ।
ਜੇ ਉਸ ਟਾਈਮ ਉਹ ਪੱਥਰ ਮਾਰਨ ਲੱਗ ਪੈਂਦੇ ਤਾਂ ਪੱਥਰ ਸਹਿਣੇ ਕੀਤੇ ਤੇ ਭਲਾ ਮੰਗਿਆ ਕਿ ਦਾਤਾ ਇਹ ਅੱਲਾਹ ਤਾਲਾ ਅਣਜਾਣ ਲੋਕ ਨੇ, ਬੇਸਮਝ ਲੋਕ ਨੇ, ਤੂੰ ਇਹਨਾਂ ਨੂੰ ਮੱਤ ਬਖਸ਼ੀ ਕਰ, ਭਲਾ ਕਰ ਇਹਨਾਂ ਦਾ। ਸੋ ਇਹ ਗੱਲਬਾਤ ਹੈ। ਸੋ ਚੰਗਿਆਂ ਨਾਲ ਚੰਗੇ ਬਣੋ ਤੇ ਬੁਰਿਆਂ ਨਾਲ ਕਦੇ ਵੀ ਬੁਰੇ ਨਾ ਬਣੋ, ਕਿਉਂਕਿ ਹੀਰੇ ਨਾਲ ਹੀਰਾ ਤਰਾਸ਼ਿਆ ਜਾ ਸਕਦਾ ਹੈ ਪਰ ਚਿੱਕੜ ਦੇ ਨਾਲ ਚਿੱਕੜ ਨਹੀਂ ਹੋਇਆ ਜਾ ਸਕਦਾ। ਸੋ ਇੱਥੇ ਹੀ ਕੌਮੀ ਗ੍ਰੰਥ ਗਿਆਨ ਪ੍ਰਕਾਸ਼ ਦੀ ਬਾਣੀ ਵਿੱਚ ਮਹਾਰਾਜ ਬੜਾ ਪਿਆਰਾ ਸਮਝਾਉਂਦੇ ਨੇ। ਉਹ ਵੀ ਵਜਨ ਧਾਰਨ ਯੋਗ ਹੈ, ਉਹ ਵੀ ਵਜਨ ਧਾਰਨ ਯੋਗ ਹੈ। ਸਤਿਗੁਰੂ ਗਿਆਨਨਾਥ ਮਹਾਰਾਜ ਆਪਣੇ ਭਗਤਾਂ ਨੂੰ, ਆਪਣੇ ਸਿੱਖ ਸੇਵਕਾਂ ਨੂੰ ਸਮਝਾਉਣਾ ਕਰਦੇ ਨੇ ਕਿ ਤੁਹਾਡਾ ਕਿਰਦਾਰ ਕਿੱਦਾਂ ਦਾ ਹੋਵੇ ਸੰਸਾਰ 'ਚ ਰਹਿੰਦਿਆਂ ਹੋਇਆਂ। ਕੀ ਉਚਾਰਨ ਕੀਤਾ ਹੈ ਕਿ ਕਿਸੇ ਨਾਲ ਵੀ ਨਫ਼ਰਤ ਨਹੀਂ ਕਰਨੀ, ਵੈਰ ਵਿਰੋਧ ਨਹੀਂ ਰੱਖਣਾ, ਲੜਾਈਆਂ ਝਗੜੇ ਨਹੀਂ ਕਰਨੇ, ਗਾਲੀ ਗਲੋਚ ਨਹੀਂ ਕਰਨਾ। ਜੇ ਕੋਈ ਕਰਦਾ ਹੈ ਤਾਂ ਰੱਬ ਦੀ ਰਜ਼ਾ 'ਚ ਰਵੋ, ਲੜਾਈਆਂ ਝਗੜੇ ਨਹੀਂ ਕਿਸੇ ਨਾਲ ਕਰਨੇ। ਨਫ਼ਰਤ ਕਰਨਾ ਕਰਦਾ ਜੋਈ ਪਰਮੇਸ਼ਵਰ ਕਾ ਦੁਸ਼ਮਣ ਸੋਈ। ਜੇ ਕੋਈ ਨਫ਼ਰਤ ਤੁਹਾਡੇ ਨਾਲ ਕਰਦਾ ਹੈ ਨਾ, ਉਹਨੂੰ ਕਰਨ ਦਿਓ, ਪਰ ਤੁਹਾਡੇ ਅੰਦਰ ਪ੍ਰੇਮ ਹੋਣਾ ਚਾਹੀਦਾ ਹੈ, ਦਇਆ ਹੋਣੀ ਚਾਹੀਦੀ ਹੈ, ਕਰਨਾ ਹੋਣੀ ਚਾਹੀਦੀ ਹੈ। ਤੁਹਾਡੇ ਅੰਦਰ ਨਫ਼ਰਤ ਨਾ ਆਵੇ। ਪ੍ਰੇਮ ਸਭਨਾਂ ਨਾਲ ਕਰੋ, ਸਭਨਾਂ ਵਾਸਤੇ ਪ੍ਰੇਮ ਹੋਵੇ, ਨਫ਼ਰਤ ਕਿਸੇ ਵਾਸਤੇ ਨਾ ਹੋਵੇ, ਕਿਉਂਕਿ ਜਿੱਥੇ ਨਫ਼ਰਤ ਹੈ ਨਾ ਉਹ ਪਰਮੇਸ਼ਵਰ ਦਾ ਦੁਸ਼ਮਣ ਹੈ। ਕਹਿੰਦੇ ਨਫ਼ਰਤ ਪੈਦਾ ਕਰਦੀ ਜਾਨ ਤੂੰ ਖਾਏ ਮਨ ਦੇ ਅੰਦਰ, ਪਰ ਭਗਤ ਪ੍ਰਭੂ ਦੇ ਲੈ ਲੈਂਦੇ ਤੈ ਲੋਕੀ ਨੂੰ ਗਲ ਵਕੜੀ ਅੰਦਰ। ਤ੍ਰੈ ਲੋਕੀ ਕਿ ਤਿੰਨਾਂ ਲੋਕਾਂ ਦੇ ਜੀਵਾਂ ਨੂੰ ਆਪਣੇ ਗਲ ਵਕੜੀ ਅੰਦਰ ਲੈ ਲੈਂਦੇ ਨੇ, ਇੱਕ ਪ੍ਰੇਮ ਕਰਕੇ, ਦਇਆ ਕਰਕੇ, ਕਰੁਣਾ ਕਰਕੇ। ਉਹ ਕਿਸੇ ਨੂੰ ਮੰਦਾ ਨਹੀਂ ਬੋਲਦੇ, ਸਭਨਾਂ ਨਾਲ ਪ੍ਰੇਮ ਹੀ ਹੈ, ਸਭਨਾਂ ਨਾਲ ਪ੍ਰੇਮ ਹੈ ਪ੍ਰਮਾਤਮਾ ਦੀ ਤਰ੍ਹਾਂ। ਇਹ ਭਗਤ ਦਾ ਕਿਰਦਾਰ ਹੈ, ਇੱਕ ਸੇਵਕ ਦਾ ਕਿਰਦਾਰ ਹੈ। ਕਿਉਂਕਿ ਨਫ਼ਰਤ ਕਾਰਨ ਉਹ ਮਨ ਦਾ ਮੰਦਿਰ ਹੀ ਧੁਆਂਖਿਆ ਜਾਂਦਾ ਹੈ। ਜਿਹੜਾ ਮਨ ਦਾ ਮੰਦਿਰ ਹੀ ਧੁਆਂ ਗਿਆ, ਉਹ ਰੱਬ ਕਿੱਥੇ ਵਾਸਾ ਕਰ ਲਓ ਉੱਥੇ। ਮਨ ਦਾ ਮੰਦਿਰ ਸਾਫ਼ ਹੋਵੇਗਾ ਪ੍ਰੇਮ ਦੇ ਝਾੜੂ ਦੇ ਨਾਲ, ਪ੍ਰੇਮ ਦੇ ਅੰਗਾਂ ਦੇ ਨਾਲ, ਬਾਣੀ ਦੇ ਸ਼ਬਦ ਸਲੋਕਾਂ ਦੇ ਨਾਲ, ਗੁਰੂ ਦੇ ਹੁਕਮ ਦੇ ਨਾਲ, ਪ੍ਰੇਮ ਦਾ ਦਇਆ ਦਾ ਮੰਦਿਰ ਸਾਫ਼ ਹੋਵੇਗਾ। ਨਫ਼ਰਤ ਬਾਹਰ ਹੋਏਗੀ ਤਾਂ ਉੱਥੇ ਪਰਮਾਤਮਾ ਵਾਸਾ ਕਰਦਾ। ਨਫ਼ਰਤ ਪੈਦਾ ਕਰਦੀ ਜਾਨ ਤੂੰ ਖਾਏ ਮਨ ਦੇ ਮੰਦਰ, ਪਰ ਭਗਤ ਪ੍ਰਭੂ ਦੇ ਲੈ ਲੈਂਦੇ ਨੇ ਤ੍ਰੈ ਲੋਕੀ ਨੂੰ ਗਲ ਵਕੜੀ ਅੰਦਰ। ਤੁਸੀਂ ਤਿੰਨਾਂ ਲੋਕਾਂ ਦੇ ਜੀਵਾਂ ਨੂੰ ਆਪਣੇ ਗਲ ਵਕੜੀ ਅੰਦਰ ਲੈਣਾ ਪ੍ਰੇਮ ਕਰਕੇ, ਨਫ਼ਰਤ ਨਹੀਂ ਕਰਨੀ ਕਿਸੇ ਨਾਲ। ਇਹ ਕਿਰਦਾਰ ਤੁਸੀਂ ਬਣਾਈ ਰੱਖਣਾ ਹੈ। ਹੁਣ ਦੇਖੋ, ਕਿਸੇ ਨਾਲ ਨਫ਼ਰਤ ਕਰੋਗੇ, ਤੁਸੀਂ ਕਿਸੇ ਨਾਲ ਨਫ਼ਰਤ ਕਰੋਗੇ ਤਾਂ ਉਹ 'ਚ ਨੁਕਸਾਨ ਕਿਹਦਾ, ਘਾਟਾ ਕਾਹਦਾ? ਜੇ ਤੁਸੀਂ ਕਿਸੇ ਨਾਲ ਨਫ਼ਰਤ ਕਰਦੇ ਹੋ ਨਾ, ਉਹਦੇ ਵਿੱਚ ਘਾਟਾ, ਉਹਦੇ ਵਿੱਚ ਨੁਕਸਾਨ ਤੁਹਾਡਾ ਆਪਣਾ ਹੀ ਹੈ, ਦੂਜੇ ਦਾ ਕੁਛ ਵੀ ਨਹੀਂ ਜਾਂਦਾ। ਘਾਟੇ ਤੁਹਾਨੂੰ ਪੈਣਗੇ ਜੇ ਕਿਸੇ ਨਾਲ ਨਫ਼ਰਤ ਪਾਲਦੇ ਹੋ ਅੰਦਰ। ਸੋ ਇਸ ਕਰਕੇ ਨਫ਼ਰਤ ਨਹੀਂ ਪਾਲਣੀ। ਨਫ਼ਰਤ ਕਰਤਨ ਅੰਦਰ ਤੂੰ ਪਿਆਰਾਂ ਦਾ ਅੰਮ੍ਰਿਤ ਘੋਲੀ। ਤੂੰ ਪਿਆਰ ਦੇ ਅੰਮ੍ਰਿਤ ਨੂੰ ਘੋਲਣਾ ਕਰਨਾ ਹੈ, ਔਰ ਰੱਬੀ ਰਸ ਨੂੰ ਘੋਲਣਾ ਕਰਨਾ ਹੈ, ਔਰ ਰੱਬੀ ਰਸ ਸਾਰੇ ਨੂੰ ਪਿਲਾਉਣਾ ਕਰਨਾ ਹੈ। ਅੰਦਰ ਨਫ਼ਰਤ ਦਾ ਬੀਜ ਨਹੀਂ ਬੀਜਣਾ। ਨਫ਼ਰਤ ਦਾ ਬੀਜ ਬੀਜੋਗੇ ਤਾਂ ਹੌਲੀ ਹੌਲੀ ਇੱਕ ਦਿਨ ਉਹ ਰੁੱਖ ਬਣ ਜਾਏਗਾ, ਦਰਖਤ ਬਣ ਜਾਏਗਾ, ਤੁਹਾਨੂੰ ਹੀ ਤੰਗ ਕਰੇਗਾ, ਪਰੇਸ਼ਾਨ ਕਰੇਗਾ। ਸੋ ਪ੍ਰੇਮ ਦਾ ਬੀਜ ਬੀਜਣਾ ਕਰੀਏ ਤਾਂ ਜੋ ਪ੍ਰੇਮ ਦਾ ਰੁੱਖ ਪੈਦਾ ਹੋਵੇ, ਉਹਦੇ ਅੰਦਰ ਪਰਮਾਨੰਦ ਪੈਦਾ ਹੋਏ, ਉਹ ਸੁੱਖਾਂ ਦਾ ਸਾਗਰ ਪੈਦਾ ਹੋਵੇ। ਸੋ ਸੰਤਾਂ ਸੁਖ ਜਗਤ ਨੂੰ ਦੇਣਾ ਸਰਦੀ, ਸੰਤਾਂ ਸੁਖ ਜਗਤ ਨੂੰ ਦੇਣਾ, ਸਾਧੂ ਹੁੰਦੇ ਰੱਬ ਦੇ ਪੁੱਤਰ। ਅਗਨ ਉਹੀ ਗੱਲ, ਸੰਤਾਂ ਸੁਖ ਜਗਤ ਨੂੰ ਦੇਣਾ, ਸਾਧੂ ਹੁੰਦੇ ਰੱਬ ਦੇ ਪੁੱਤਰ। ਧਰਤੀ ਵਾਂਗ ਹੌਸਲਾ ਰੱਖਣਾ, ਇਹ ਨਹੀਂ ਦਿੰਦੇ ਕੌੜਾ ਉੱਤਰ। ਚੰਦਨ ਨੂੰ ਕੋਈ ਸਾੜੇ ਬੇਸ਼ੱਕ, ਪਰ ਉਸ ਨੂੰ ਖੁਸ਼ਬੂਆਂ ਵੰਡੇ। ਦੀਪਕ ਨੂੰ ਜੋ ਅਗਨੀ ਲਾਉਂਦਾ ਹੈ, ਦੀਪਕ ਉਸ ਨੂੰ ਲੋਹਾਂ ਵੰਡੇ। ਸੜਦੀਆਂ ਲੋਹਾਂ ਲਾਟਾਂ ਉੱਤੇ ਜਿੰਦ ਜਿਨ੍ਹਾਂ ਨੇ ਕੀਤੀ ਅਰਪਣ, ਜਗ ਉਹਨਾਂ ਦੀ ਪੂਜਾ ਕਰਦਾ, ਨਾਮ ਉਹਨਾਂ ਦੇ ਮੰਦਰ ਚਮਕਣ। ਜਿਵੇਂ ਲੋਹਾ ਹੈ,
ਲੋਹ 'ਤੇ ਪਕਵਾਨ ਪਕਾਏ ਜਾਂਦੇ, ਰੋਟੀ ਪਕਾਈ ਜਾਂਦੀ ਹੈ। ਉਹ ਲੋਹ ਆਪਣੇ ਆਪ ਨੂੰ ਅੱਗ ਦੇ ਅੱਗੇ ਅਰਪਣ ਕਰਕੇ ਸੰਸਾਰ ਨੂੰ ਸੁੱਖ ਬਖਸ਼ਿਸ਼ ਕਰਦੀ ਹੈ, ਸੰਸਾਰ ਦੀਆਂ ਭੁੱਖਾਂ ਮਿਟਾਉਂਦੀ ਹੈ। ਇਸ ਕਰਕੇ ਇਹ ਜੀਵ ਹੈ, ਸਿੱਖ ਸਿੱਖਾ ਭਗਤ ਪਿਆਰੇ, ਤੂੰ ਵੀ ਸਤਿਗੁਰੂ ਨੂੰ ਆਪਣਾ ਆਪਾ ਅਰਪਣ ਕਰਕੇ, ਰੱਬ ਨੂੰ ਆਪਣਾ ਅਰਪਣ ਕਰਕੇ, ਸੰਸਾਰ ਦੇ ਦੁੱਖਾਂ ਨੂੰ ਝੋਲੀ ਪਾ ਕੇ ਸੰਸਾਰ ਨੂੰ ਸੁੱਖ ਬਖਸ਼ਿਸ਼ ਕਰਨਾ ਹੈ, ਅੰਮ੍ਰਿਤ ਬਖਸ਼ਿਸ਼ ਕਰਨਾ ਹੈ, ਪ੍ਰੇਮ ਬਖਸ਼ਿਸ਼ ਕਰਨਾ ਹੈ, ਸਾਂਝੀ ਵਾਲਤਾ, ਸਰਬਤ ਦਾ ਭਲਾ ਹੀ ਮੰਗਣਾ ਹੈ। ਜੇ ਇਹੋ ਜਿਹਾ ਕਿਰਦਾਰ ਹੋਵੇਗਾ ਤੇ ਜੱਗ ਤੁਹਾਡੀ ਪੂਜਾ ਕਰੇਗਾ। ਆਉਣ ਵਾਲੇ ਸਮੇਂ ਤੁਹਾਡੇ ਮੰਦਰ ਬਣਨਗੇ, ਮਸਜਿਦਾਂ ਬਣਨਗੀਆਂ। ਹੁਣ ਰਾਜੇ ਮਹਾਰਾਜੇ ਹੋਏ ਭਾਈ, ਰਾਜੇ ਮਹਾਰਾਜਿਆਂ ਦੇ ਕਿਉਂ ਨਹੀਂ ਮੰਦਰ ਬਣ ਗਏ? ਰਾਜੇ ਮਹਾਰਾਜ ਨੇ ਕਿਉਂ ਨਹੀਂ ਮਸਜਿਦਾਂ ਬਣ ਗਈਆਂ? ਇਹ ਮਸਜਿਦਾਂ ਸੰਤਾਂ ਭਗਤਾਂ ਦੀ ਕਿਉਂ ਬਣੀਆਂ? ਕਿਉਂਕਿ ਉਹਨਾਂ ਨੇ ਸੰਸਾਰ ਦੇ ਦੁੱਖਾਂ ਨੂੰ ਝੋਲੀ ਪਾ ਕੇ ਸੁੱਖ ਬਖਸ਼ਿਸ਼ ਕੀਤਾ ਹੈ। ਰੱਬ ਨੂੰ ਆਪਣਾ ਆਪਾ ਅਰਪਣ ਕਰਕੇ ਸੰਸਾਰ ਨੂੰ ਜੀਵਨ ਬਖਸ਼ਿਸ਼ ਕੀਤਾ ਹੈ। ਇਸ ਕਰਕੇ ਉਹਨਾਂ ਦੇ ਨਾਵਾਂ ਦੇ ਮੰਦਰ ਚਮਕਦੇ ਆ। ਸੋ ਕਿਰਦਾਰ ਦੱਸਦੇ ਨੇ, ਇਹ ਕਿਰਦਾਰ ਦੱਸਦੇ ਨੇ, ਰੋਲ ਦੱਸਦੇ ਨੇ ਸਤਿਗੁਰੂ ਗਿਆਨਨਾਥ ਮਹਾਰਾਜ ਜੀ ਆਪਣੀ ਬਾਣੀ ਅੰਦਰ। ਸੋ ਵਿਚਾਰ ਤਾਂ ਬਹੁਤ ਹੋਰ ਵੀ ਡੂੰਘੇ ਹੈ। ਸੰਤਾਂ ਸੁੱਖ ਜਗਤ ਨੂੰ ਦੇਣਾ, ਸਾਧੂ ਹੁੰਦੇ ਰੱਬ ਦੇ ਪੁੱਤਰ, ਧਰਤੀ ਵਾਂਗ ਹੌਸਲਾ ਰੱਖਣਾ, ਇਹ ਨਹੀਂ ਦਿੰਦੇ ਕੌੜਾ ਉੱਤਰ, ਕਿ ਕਿਸੇ ਨੂੰ ਕੌੜਾ ਉੱਤਰ ਨਹੀਂ ਦੇਣਾ, ਧਰਤੀ ਵਾਂਗ ਹੌਸਲਾ ਰੱਖਣਾ ਹੈ। ਹੁਣ ਧਰਤੀ 'ਤੇ ਅਨੇਕਾਂ ਬੁਰੇ ਇਨਸਾਨ ਵੀ ਹੈ, ਪਰ ਧਰਤੀ ਫਿਰ ਵੀ ਸਹਿੰਦੀ ਹੈ। ਇਹ ਜੀਵ ਕਿੰਨੀ ਗੰਦਗੀ ਧਰਤੀ ਉੱਪਰ ਸੁੱਟਦੇ ਨੇ, ਉਹ ਫਿਰ ਵੀ ਸਹਿਣਾ ਕਰਦੀ ਹੈ। ਹੌਸਲਾ ਇੱਕ, ਬਸ ਧਰਤੀ ਵਾਲਾ ਹੌਸਲਾ ਰੱਖਣਾ ਹੈ, ਕਿਸੇ ਨੂੰ ਕੌੜਾ ਸ਼ਬਦ ਨਹੀਂ ਬੋਲਣਾ। ਚਾਹੇ ਉਹ ਲੱਖ ਗੰਦਗੀ, ਲੱਖ ਵਿਕਾਰ ਤੁਹਾਡੇ 'ਤੇ ਸੁੱਟਣਾ ਕਰਦੇ ਹੈ। ਇੱਕ ਸੰਤ ਕਮਲ ਦੇ ਫੁੱਲ ਵਾਂਗ ਹੁੰਦਾ ਹੈ। ਉਹ ਕਮਲ ਦੇ ਫੁੱਲ 'ਤੇ ਚਿੱਕੜ ਸੁੱਟੋ, ਕੋਈ ਅਸਰ ਨਹੀਂ ਕਰਦਾ। ਉਹ ਤਿਲਕ ਕੇ ਫਿਰ ਉਸੇ ਵਿੱਚ ਸਮਾ ਜਾਂਦਾ ਜਿੱਥੋਂ ਆਉਂਦਾ ਹੈ। ਸੋ ਇਸ ਕਰਕੇ ਕਮਲ ਦੇ ਫੁੱਲ ਵਾਂਗ ਬਣੇ ਰਹਿਣਾ ਹੈ, ਕਿਸੇ ਨੂੰ ਮੰਦਾ ਨਹੀਂ ਬੋਲਣਾ। ਸੰਤਾਂ ਸੁਖ ਜਗਤ ਨੂੰ ਦੇਣਾ, ਸਾਧੂ ਹੁੰਦੇ ਰੱਬ ਦੇ ਪੁੱਤਰ, ਧਰਤੀ ਵਾਂਗ ਹੌਸਲਾ ਰੱਖਣਾ, ਇਹ ਨਹੀਂ ਦਿੰਦੇ ਕੌੜਾ ਉੱਤਰ। ਚੰਦਨ ਨੂੰ ਕੋ ਸਾੜੇ ਬੇਸ਼ੱਕ, ਤੁਸੀਂ ਚੰਦਨ ਬਣ ਜਾਓ, ਧਰਤੀ ਬਣ ਜਾਓ, ਉਹ ਰੱਬ ਦੇ ਪੁੱਤਰ ਬਣ ਜਾਓ। ਜੇ ਪਰਮ ਸੁੱਖ ਪਰਮ ਆਨੰਦ ਨੂੰ ਪਾਉਣਾ ਹੈ ਤਾਂ। ਹੁਣ ਚੰਦਨ ਨੂੰ ਕੱਟਦਾ ਹੈ ਨਾ, ਚੰਦਰ ਬਸ ਹਿੱਸਾ ਨਹੀਂ ਦਿੰਦਾ, ਉਹ ਮਹਿਕਾ ਦਿੰਦਾ ਹੈ, ਖੁਸ਼ਬੂਆਂ ਦਿੰਦਾ ਹੈ। ਚੰਦਰੀ ਲੱਕੜੀ ਦੇ ਨਾਲ ਸੰਤਾਂ ਮਹਾਂਪੁਰਖਾਂ ਨੂੰ ਸ਼ਮਸ਼ਾਨ ਘਾਟ ਵਿੱਚ ਜਲਾਇਆ ਵੀ ਗਿਆ ਹੈ। ਉਹਨਾਂ ਦੇ ਸਰੀਰ ਨੂੰ ਚੰਦਨ ਦੀ ਲੱਕੜੀ ਦੇ ਨਾਲ ਰਾਜਾ ਮਹਾਰਾਜਿਆਂ ਨੂੰ ਸ਼ਮਸ਼ਾਨ ਘਾਟ ਜਲਾਇਆ ਗਿਆ ਹੈ। ਬੜੀ ਕੀਮਤੀ ਲੱਕੜੀ ਹੈ, ਕੀਮਤ ਬਹੁਤ ਹੈ। ਚੰਦਨ ਨੂੰ ਕੱਟਦਾ ਹੈ ਨਾ, ਇੱਦਾਂ ਸੰਤਾਂ ਮਹਾਂ ਦੇ ਪੁਰਖਾਂ ਦੀ ਬਹੁਤ ਕੀਮਤ ਹੈ ਰੱਬ ਦੇ ਘਰ ਦੇ ਅੰਦਰ। ਮੁੱਲ ਨਹੀਂ ਕੋਈ ਦੇ ਸਕਦਾ ਉਹਨਾਂ ਦਾ, ਅਨਮੋਲ ਹੈ। ਉਹ ਸੰਤ ਮਹਾਂਪੁਰਖ ਰੱਬ ਦੇ ਪੁੱਤਰ ਅਨਮੋਲ ਹੈ, ਚੰਦਨ ਦੀ ਲੱਕੜੀ ਦੇ ਵਾਂਗ। ਜਿੱਥੇ ਜਾਣਗੇ ਉਹ ਮਹਿਕਾ ਹੀ ਵੰਡਣਗੇ, ਸੁਗੰਧੀਆਂ ਹੀ ਵੰਡਣਗੇ। ਜੇ ਕੋਈ ਉਹਨਾਂ ਨੂੰ ਸਾੜਦਾ ਹੈ, ਤਪਾਉਂਦਾ ਹੈ, ਤਾਂ ਵੀ ਮਹਿਕਾ ਹੀ ਬਣਦੇ ਆ। ਚੰਦਨ ਦਾ ਰੁੱਖ ਤੁਸੀਂ ਬਣ ਜਾਓ। ਚੰਦਨ ਨੂੰ ਕੋਈ ਸਾੜੇ ਬੇਸ਼ੱਕ, ਪਰ ਉਸ ਨੂੰ ਖੁਸ਼ਬੂਆਂ ਵੰਡੇ। ਦੀਪਕ ਨੂੰ ਜੋ ਅਗਨੀ ਲਾਉਂਦਾ ਹੈ, ਦੀਪਕ ਉਸ ਨੂੰ ਲੋਆਂ ਵੰਡੇ। ਹੁਣ ਮਿੱਟੀ ਦਾ ਭਾਂਡਾ ਲੈਂਦੇ ਆ, ਵਿੱਚ ਤੇਲ ਪਾਉਂਦੇ ਆ, ਬੱਤੀ ਪਾਉਂਦੇ ਆ ਰੂਹ ਦੀ, ਉਹਨੂੰ ਫਿਰ ਤੀਲ ਲਗਾ ਕੇ ਜਗਾਉਂਦੇ ਆ, ਸਾੜਦੇ ਆ, ਤਪਾਉਂਦੇ ਆ। ਉਹ ਤਪਦਾ ਹੈ, ਸੜਦਾ ਹੈ। ਇੱਕ ਪਾਸੇ ਉਹ ਤਪਦਾ ਹੈ, ਸੜਦਾ ਹੈ, ਜਲਦਾ ਹੈ। ਅਤੇ ਜਿਹਨੇ ਅੱਗ ਲਾਉਣੀ ਕੀਤੀ ਹੈ ਨਾ, ਉਹਨੂੰ ਪ੍ਰਕਾਸ਼ ਦਿੰਦਾ ਹੈ, ਰੋਸ਼ਨੀ ਦਿੰਦਾ ਹੈ, ਲੋਹ ਦਿੰਦਾ ਹੈ। ਤਾਂ ਸੰਤ ਵੀ ਇੱਦਾਂ ਹੀ ਹੈ, ਉਹ ਭਗਤ ਵੀ ਇੱਦਾਂ ਹੀ, ਗੁਰੂ ਦੇ ਦਾਸ ਵੀ ਇੱਦਾਂ ਹੀ ਹੋਣੇ ਚਾਹੀਦੇ ਆ। ਇਹ ਕਿਰਦਾਰ ਦੱਸਦੇ ਨੇ ਮਹਾਂਪੁਰਖ। ਸੋ ਭਾਈ ਚੰਗਿਆਂ ਨਾਲ ਚੰਗੇ ਬਣੋ, ਬੁਰਿਆਂ ਨਾਲ ਕਦੇ ਵੀ ਬੁਰੇ ਨਾ ਬਣੋ। ਜੇ ਕੋਈ ਦੀਪਕ ਨੂੰ ਅਗਨੀ ਲਾਉਂਦਾ ਹੈ, ਦੀਪਕ ਨੂੰ ਲੋਆਂ ਵੰਡਦਾ ਹੈ। ਚੰਦਨ ਨੂੰ ਕੋਈ ਵੜਦਾ ਟੁਕਦਾ ਹੈ, ਚੰਦਨ ਨੂੰ ਖੁਸ਼ਬੂਆਂ ਵੰਡਦਾ ਹੈ। ਧਰਤੀ 'ਤੇ ਵਿਕਾਰ ਹੁੰਦੇ ਨੇ, ਪਾਪ ਹੁੰਦੇ ਨੇ, ਗੁਨੇਗਾਰ ਗੁਨਾਹ ਕਰਦੇ ਨੇ, ਪਰ ਧਰਤੀ ਫਿਰ ਵੀ ਜੀਵਨ ਬਖਸ਼ਿਸ਼ ਕਰਦੀ ਹੈ, ਆਨੰਦ ਬਖਸ਼ਿਸ਼ ਕਰਦੀ ਹੈ, ਖਾਵਣ ਪਹਿਨਣ ਬਖਸ਼ਿਸ਼ ਕਰਦੀ ਹੈ। ਸੋ ਰੱਬ ਦੇ ਲਾਡਲਿਆਂ ਅਤੇ ਰੱਬ ਦੇ ਪੁੱਤਾਂ 'ਤੇ ਕਈਆਂ ਨੇ ਜ਼ੁਲਮ ਕੀਤੇ, ਅਤਿਆਚਾਰ ਕੀਤੇ, ਪਰ ਫਿਰ ਵੀ ਉਹਨਾਂ ਨੇ ਸਰਬਤ ਦਾ ਭਲਾ ਹੀ ਮੰਗਿਆ ਹੈ, ਸਰਬਤ ਦਾ ਭਲਾ ਮੰਗਿਆ ਹੈ। ਸੋ ਚੰਗਿਆਂ ਨਾਲ ਚੰਗੇ ਬਣੋ, ਬੁਰਿਆਂ ਨਾਲ ਬੁਰੇ ਕਦੇ ਵੀ ਨਾ ਬਣੋ। ਕਿਉਂਕਿ ਹੀਰੇ ਨਾਲ ਹੀਰਾ ਤਰਾਸ਼ਿਆ ਜਾ ਸਕਦਾ ਹੈ, ਪਰ ਚਿੱਕੜ ਨਾਲ ਚਿੱਕੜ ਨਹੀਂ ਹੋਇਆ ਜਾ ਸਕਦਾ। ਸੋ ਇੱਥੇ ਹੀ ਆਪਾਂ ਲੈਂਦੇ ਹਾਂ ਵਿਸ਼ਰਾਮ।
ਸਵੈਨੀਆਂ ਕੀ ਹਾਜ਼ਰੀਆਂ ਸਤਿਗੁਰੂ ਮਹਾਰਾਜ ਸਾਰਿਆਂ ਦੀ ਪ੍ਰਵਾਨ ਕਰੇ। ਜੋ ਬੋਲੇ 100 ਰੁਪਏ ਹਾਜ਼ਰ ਮਤ